ਜੀ ਆਇਆਂ ਨੂੰ ਨਿੱਘਾ ਸਵਾਗਤ। ਇੱਕ ਭਾਈ ਸਾਹਿਬ ਇੱਕ ਪਤਾ ਪੁੱਛਦੇ ਪੁੱਛਦੇ ਪਿੰਡ ਵਿੱਚ ਆਏ, ਗਲੀਆਂ 'ਚ ਆ ਗਏ ਅਤੇ ਉੱਥੇ ਆ ਕੇ ਪਤੇ ਦੇ ਉੱਤੇ, ਜਿਸ ਪਤੇ 'ਤੇ ਉਹਨਾਂ ਨੇ ਪਹੁੰਚਣਾ ਸੀ, ਉੱਥੇ ਪਹੁੰਚ ਕੇ ਦਰਵਾਜ਼ਾ ਖੜਕਾ ਦਿੱਤਾ। ਮਾਤਾ ਜੀ ਬਾਹਰ ਆਏ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਜਿਉਂਦੇ ਰਹੋ। ਮਾਤਾ ਜੀ ਅਸੀਂ ਗੁਰਸ਼ਮਿੰਦਰ ਸਿੰਘ ਨੂੰ ਮਿਲਣਾ ਸੀ। ਕਹਿੰਦੇ ਪੁੱਤ ਇਸ ਨਾਂ ਦਾ ਕੋਈ ਬੰਦਾ ਸਾਡੀ ਗਲੀ 'ਚ ਨਹੀਂ ਰਹਿੰਦਾ ਅਤੇ ਮਿਲਣਾ ਕਿਹਨੂੰ ਹੈ? ਕਹਿੰਦੇ ਪਤਾ ਤਾਂ ਇਹੀ ਦੱਸਿਆ ਸੀ, ਪਹੁੰਚ ਤਾਂ ਅਸੀਂ ਉੱਥੇ ਹੀ ਗਏ ਹਾਂ। ਮਿੰਟੂ ਮਿੰਟੂ ਕਹਿੰਦੇ ਨੇ ਉਹਨੂੰ, ਮਿੰਟੂ ਬਰਾੜ। ਕਹਿੰਦੇ ਲੈ ਸੁੱਖ ਨਾਲ ਉਹ ਤਾਂ ਮੇਰਾ ਪੁੱਤ ਹੈ, ਅੰਦਰ ਹੀ ਹੈ। ਕਹਿੰਦੇ ਮਾਤਾ ਜੀ ਉਹਦਾ ਹੀ ਨਾਂ ਹੈ ਗੁਰਸ਼ਮਿੰਦਰ ਸਿੰਘ। ਕਹਿੰਦੇ ਅੱਛਾ। ਕਹਿੰਦੇ ਹੈਰਾਨ ਤਾਂ ਤੁਸੀਂ ਇੱਦਾਂ ਹੋਣ ਡਏ ਹੋ ਜਿਵੇਂ ਉਹ ਨਾਂ ਅਸੀਂ ਰੱਖਿਆ ਹੁੰਦਾ, ਤੁਸੀਂ ਨਹੀਂ ਰੱਖਿਆ। ਖੈਰ ਮਾਤਾ ਜੀ ਕਹਿੰਦੇ ਕਿ ਅਸੀਂ ਮਿੰਟੂ ਮਿੰਟੂ ਬੁਲਾਉਂਦੇ ਹਾਂ ਨਾ, ਇਸ ਕਰਕੇ ਗੁਰਸ਼ਮਿੰਦਰ ਯਾਦ ਨਹੀਂ ਰਹਿੰਦਾ। ਆ ਜਾਓ ਅੰਦਰ ਲੰਘ ਆਓ, ਅੰਦਰ ਹੀ ਬੈਠਾ। ਸੋ ਤੁਸੀਂ ਵੀ ਅੰਦਰ ਲੰਘ ਆਓ, ਮੈਂ ਵੀ ਤੁਹਾਨੂੰ ਮਿਲਵਾ ਦਿੰਦਾ ਮਿੰਟੂ ਬਰਾੜ ਜੀ ਨਾਲ। ਸਾਡੇ ਅੱਜ ਦੇ ਗੈਸਟ ਨੇ, ਸਾਡੇ ਅੱਜ ਦੇ ਮਹਿਮਾਨ ਨੇ ਮਿੰਟੂ ਬਰਾੜ, ਜਿਨ੍ਹਾਂ ਦਾ ਅਸਲੀ ਨਾਂ ਹੈ ਗੁਰਸ਼ਮਿੰਦਰ ਸਿੰਘ। ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਸੰਜੀਵ ਜੀ, ਅਤੇ ਸਾਰੇ ਹੀ ਡੀਡੀ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਕਸਰ ਹੀ ਦੂਰਦਰਸ਼ਨ ਦੇ ਵਿਹੜੇ ਆ ਕੇ ਜਿਹੜੀ ਮੇਰੀ ਖੁਸ਼ੀ ਮੇਰੇ ਚਿਹਰੇ ਤੋਂ ਝਲਕਦੀ ਹੋਣੀ ਹੈ। ਦੁਨੀਆ ਭਰ ਦੇ ਟੀਵੀ ਚੈਨਲਾਂ 'ਤੇ ਜਾ ਆਇਆ ਹੋਣਾ, ਪਰ ਜਦੋਂ ਦੂਰਦਰਸ਼ਨ ਦੇ ਵਿਹੜੇ ਆਉਣੇ ਆ ਤਾਂ ਕਾਫੀ ਚੰਗਾ ਲੱਗਦਾ। ਪਤਾ ਨਹੀਂ ਕਿਉਂ, ਸਾਡਾ ਬਚਪਨ ਤੋਂ ਜੁੜਿਆ ਹੋਇਆ ਇਹਦੇ ਨਾਲ। ਬਚਪਨ ਸਾਡਾ ਸਾਰਿਆਂ ਦੇ ਜੁੜਿਆ ਹੋਇਆ ਜੀ ਜੀ। ਤੇ ਤੁਸੀਂ ਆਪਣਾ ਨਾਂ ਚੇਤੇ ਰੱਖਦੇ ਹੋ ਗੁਰਸ਼ਮਿੰਦਰ, ਕਿ ਤੁਹਾਨੂੰ ਵੀ ਮਿੰਟੂ ਯਾਦ ਰਹਿੰਦਾ? ਮੈਨੂੰ ਕਾਗਜ਼ਾਂ ਕਰਕੇ ਰੱਖਣਾ ਪੈਂਦਾ, ਪੇਪਰ ਵਰਕ 'ਚ ਜੋ ਜਾਂਦੇ ਆ ਤਾਂ ਉਹ ਰੱਖਣਾ ਪੈਂਦਾ, ਪਰ ਉਹ ਕਈ ਵਾਰੀ ਕਿਹਦਾ ਹੁੰਦਾ ਵੀ ਤੁਹਾਡਾ ਨਾਂ ਇੱਕ ਜ਼ਿਆਦਾ ਪਾਪੂਲਰ ਹੋ ਜਾਂਦਾ ਅਤੇ ਦੂਜਾ ਉਹਦੇ ਥੱਲੇ ਦੱਬ ਜਾਂਦਾ। ਸੋ ਇਸ ਕਰਕੇ ਮੈਨੂੰ ਕਈ ਵਾਰੀ ਦਿੱਕਤ ਆਉਂਦੀ ਆ। ਹਾਂ, ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਇਹ ਦੇਣਾ ਪੈਂਦਾ ਨਾਂ, ਤੁਹਾਨੂੰ ਐਜ਼ ਨੌਨ ਐਜ਼ ਲਿਖਣਾ ਪੈਂਦਾ। ਜੇ ਕਰਕੇ ਹੁਣ ਮੈਨੂੰ ਉੱਥੇ ਨਾਂ ਗੁਰਸ਼ਮਿੰਦਰ ਸਿੰਘ ਦਿਖਦਾ ਕਿਸੇ ਵੀ ਪੇਪਰ ਵਰਕ 'ਚ, ਤਾਂ ਉਹਦੇ 'ਚ ਐਜ਼ ਨੌਨ ਐਜ਼ ਮਿੰਟੂ ਬਰਾੜ ਵੀ ਲਿਖਣਾ ਪੈਂਦਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਆਸਟ੍ਰੇਲੀਆ ਤੋਂ ਆਏ ਨੇ, ਅਤੇ ਅੱਜ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੇ ਵਿਦੇਸ਼ ਜਾ ਕੇ ਕੀ ਪਾਇਆ ਅਤੇ ਕੀ ਗਵਾਇਆ। ਇਹ ਸਾਡੇ ਸਾਰੇ ਜੋ ਵਿਦੇਸ਼ੀ ਨੇ, ਜੋ ਸਾਡੇ ਸਾਰੇ NRI ਭਰਾ ਬਾਹਰ ਰਹਿੰਦੇ ਨੇ, ਉਹਨਾਂ ਤੋਂ ਵੀ ਪੁੱਛਣਾ ਬਣਦਾ ਹੈ। ਅੱਜ ਇਹਨਾਂ ਤੋਂ ਪੁੱਛਾਂਗੇ। ਪਰ ਸਭ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਮਿੰਟੂ ਜੀ, ਤੁਸੀਂ ਇੱਥੇ ਆਏ ਹੋਏ ਹੋ, ਤੁਸੀਂ ਦੇਖਿਆ ਕਿ ਮੌਸਮ ਕਿੰਨਾ ਬਦਲਦਾ ਪਿਆ। ਜੀ ਜੀ ਜੀ, ਹੈ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਵਾਤਾਵਰਣ ਦੇ ਵਿੱਚ ਤਬਦੀਲੀ ਹੈ। ਜਿਹੜੇ ਵਿਗਿਆਨਿਕ ਨੇ ਉਹ ਵੀ ਕਹਿੰਦੇ ਕੁਦਰਤ ਨਾਲ ਇੰਨੀ ਛੇੜਖਾਨੀ ਕੀਤੀ ਹੈ ਇਨਸਾਨ ਨੇ ਕਿ ਅੱਜ ਮੌਸਮ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਅਸੀਂ ਕੁਝ ਵੀ ਨਹੀਂ ਦੱਸ ਸਕਦੇ। ਤੁਹਾਨੂੰ ਕੀ ਲੱਗਦਾ ਆਸਟ੍ਰੇਲੀਆ ਵਿੱਚ ਵੀ ਇੱਦਾਂ? ਦੇਖੋ, ਪਹਿਲੀ ਗੱਲ ਤਾਂ ਆਪਾਂ ਜੇ ਛੇੜਖਾਨੀ ਦੀ ਗੱਲ ਕਰੀਏ, ਛੇੜਖਾਨੀ 'ਚ ਅਸੀਂ ਆਪਣੇ ਆਪ ਨੂੰ ਤਾਂ ਬਹੁਤ ਬਲੇਮ ਦਿੰਦੇ ਹਾਂ। ਇੰਡੀਆ 'ਚ ਰਹਿੰਦੇ ਹੋਏ ਤਾਂ ਕਰਦੇ ਵੀ ਹਨ, ਇਹ 'ਚ ਕੋਈ ਡਾਊਟ ਨਹੀਂ, ਅਸੀਂ ਕੁਦਰਤ ਨਾਲ ਬਹੁਤ ਛੇੜਖਾਨੀ ਕਰਦੇ ਹਾਂ। ਪਰ ਇਹ ਛੇੜਖਾਨੀ ਦਾ ਨਤੀਜਾ ਦੂਜੇ ਮੁਲਕ ਵੀ ਭੁਗਤ ਰਹੇ। ਆਸਟ੍ਰੇਲੀਆ ਤਾਂ ਨਹੀਂ ਛੇੜਖਾਨੀ ਕਰਦਾ ਕੁਦਰਤ ਨਾਲ। ਆਸਟ੍ਰੇਲੀਆ ਤਾਂ ਕੁਦਰਤ ਦੇ ਮਾਮਲੇ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ, ਜੋ ਬਾਬਾ ਨਾਨਕ ਜੀ ਦੀ ਸੋਚ ਸੀ ਕੁਦਰਤ ਨੂੰ ਲੈ ਕੇ, ਉਹ ਤੇ ਆਸਟ੍ਰੇਲੀਆ ਪਹਿਰਾ ਦਿੰਦਾ, ਹਰ ਗੱਲ ਤੇ ਪਹਿਰਾ ਦਿੰਦਾ। ਪਾਣੀ ਹੋਵੇ, ਚਾਹੇ ਉਹ ਦਰਖਤ ਹੋਣ, ਚਾਹੇ ਕੋਈ ਵੀ ਇੱਕ ਜੜੀ ਬੂਟੀ ਤੋਂ ਲੈ ਕੇ। ਪਰ ਆਸਟ੍ਰੇਲੀਆ ਵੀ ਭੁਗਤ ਰਿਹਾ। ਹੁਣ ਇਸ ਵਾਰ ਦਾ ਜਿਹੜਾ ਵੈਦਰ ਆਸਟ੍ਰੇਲੀਆ ਦਾ, ਉਹ ਹਿੱਲ ਗਿਆ, ਸਾਰਾ ਪਿੱਛੇ ਨੂੰ ਚੱਲ ਜਾ ਰਿਹਾ। ਜਿਹੜੀ ਸਰਦੀ ਦਾ ਪੀਰੀਅਡ ਸੀ ਉਹ ਹੋਰ ਅੱਗੇ ਹੋ ਗਿਆ। ਗਰਮੀ ਕਿਤੇ ਆਉਂਦੀ ਨਹੀਂ, ਜੇ ਆਉਂਦੀ ਆ ਤਾਂ ਫਿਰ ਬਹੁਤ ਜ਼ਿਆਦਾ ਆਉਂਦੀ ਆ। ਵੀ ਕੋਈ ਵੀ ਫਸਲ ਵਾਲਾ ਅੱਗੇ ਪ੍ਰੈਡਿਕਟ ਕਰ ਦਿੰਦਾ ਸੀ ਵੀ ਸਾਡੀ ਫਸਲ ਆ। ਮੈਂ ਖੁਦ ਅੰਗੂਰ ਉਤਪਾਦਕ ਹਾਂ, ਤਾਂ ਅੰਗੂਰ ਅੱਗੇ 1 ਅਪ੍ਰੈਲ ਤੱਕ ਟੁੱਟ ਜਾਂਦੇ ਸੀ। ਫਰਵਰੀ ਸ਼ੁਰੂ ਹੁੰਦੇ, 1 ਅਪ੍ਰੈਲ ਟੁੱਟ ਜਾਂਦੇ। ਐਤਕੀ ਪਹਿਲੀ ਵਾਰ ਹੋਇਆ ਵੀ ਮਈ ਦੇ ਮਹੀਨੇ 'ਚ ਵੀ ਅੰਗੂਰ ਟੁੱਟਦੇ ਰਹੇ, ਅਤੇ ਵਾਈਨਰੀ ਚਲਾਉਣੀ ਪਈ। ਬਹੁਤ ਮਹਿੰਗਾ ਹੋ ਗਿਆ ਸਾਰਾ ਪ੍ਰੋਜੈਕਟ, ਕਿਉਂਕਿ ਉੱਥੇ ਲੇਬਰ ਬਹੁਤ ਮਹਿੰਗੀ ਆ, ਅਤੇ ਜਦੋਂ ਤੁਸੀਂ ਇਹਨੂੰ ਐਕਸਟੈਂਡ ਕਰੋਗੇ, ਕਿਸੇ ਲੰਮਾ ਖਿੱਚੋਗੇ ਕਿਸੇ ਪੀਰੀਅਡ ਨੂੰ, ਤਾਂ 3-3 ਸ਼ਿਫਟਾਂ ਦੇ ਪੈਸੇ ਦੇਣੇ ਹਜ਼ਾਰਾਂ ਬੰਦਿਆਂ ਦੇ ਵਾਈਨਰੀ ਨੂੰ ਔਖੇ ਹੋ ਜਾਂਦੇ। ਸੋ ਇਹ ਵੈਦਰ ਦਾ ਅਸੀਂ ਵੀ ਭੋਗ ਰਹੇ ਹਾਂ। ਸੋ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਆਸਟ੍ਰੇਲੀਆ ਦੇ ਵਿੱਚ ਲੋਕ ਖਾਸ ਧਿਆਨ ਰੱਖਦੇ ਨੇ ਜੀ, ਅਤੇ ਪੰਜਾਬ ਦੇ ਵਿੱਚ ਨਹੀਂ, ਤੁਸੀਂ ਤਾਂ ਇੱਥੋਂ ਹੀ ਗਏ ਹੋ। ਬਿਲਕੁਲ ਪਤਾ ਨਹੀਂ ਸਾਨੂੰ। ਮੈਂ ਤਾਂ ਕਈ ਵਾਰੀ ਕਹਿਣਾ ਹੁੰਦਾ ਸਾਡਾ ਕਸੂਰ ਨਹੀਂ ਹੈਗਾ। ਜੇ ਅਸੀਂ ਕਹੀਏ ਅੱਜ ਅਸੀਂ ਟ੍ਰੈਫਿਕ ਦੇ ਮਾਮਲੇ 'ਚ ਰੌਲਾ ਪਾਉਂਦੇ ਹਾਂ ਵੀ ਗੱਡੀਆਂ ਚਲਾਉਂਦੇ ਆ, ਪਾਰਕਿੰਗ ਸਹੀ ਨਹੀਂ ਕਰਦੇ, ਜਾਂ ਚਲਾਨ ਕੱਟਦੇ ਦੇਖਦੇ ਹਾਂ ਰੋਜ਼ ਅਸੀਂ, ਇਹ 'ਚ ਮੈਂ ਕਿਸੇ ਵੀ ਆਮ ਬੰਦੇ ਦਾ ਕਸੂਰ ਨਹੀਂ ਮੰਨਦਾ। ਮੈਂ ਕਸੂਰ ਮੰਨਦਾ ਇਹਨਾਂ ਨੂੰ ਸਿਖਾਇਆ ਹੀ ਨਹੀਂ ਗਿਆ, ਕਿਤੇ ਸਾਨੂੰ ਦੱਸਿਆ ਹੀ ਨਹੀਂ ਗਿਆ ਵੀ ਭਾਈ ਟ੍ਰੈਫਿਕ ਰੂਲਸ ਇਹ ਆ, ਕਾਨੂੰਨ ਇਹ ਆ, ਵੀ ਇੱਦਾਂ ਕਰਕੇ ਇਹ ਕਰਨਾ। ਜੇ ਕੋਈ ਬੰਦਾ ਚਲਾਨ ਕਰਦਾ ਨਾ, ਮੈਂ ਉਹਨੂੰ ਪੁੱਛਾਂ ਚਲਾਨ ਕਰਨ ਵਾਲੇ ਨੂੰ ਵੀ ਤੁਸੀਂ ਦੱਸਣ ਕਿੱਦੋਂ ਆਏ ਸੀ? ਸਾਨੂੰ ਦੱਸਣ ਤਾਂ ਨਹੀਂ ਨਾ ਆਏ ਸੀ ਵੀ ਤੁਸੀਂ ਆਹ ਕਰਨਾ ਨਹੀਂ ਕਰਨਾ। ਸੋ ਫਿਰ ਸਾਡਾ ਕਸੂਰ ਕਿਵੇਂ ਹੋ ਗਿਆ? ਸੋ ਇੱਥੇ ਇਹ ਚੀਜ਼ ਮੈਨੂੰ ਲੱਗਦਾ ਕੁਦਰਤ ਦੇ ਮਾਮਲੇ 'ਚ ਵੀ ਨਾ ਜਾਗਰੂਕ ਨਹੀਂ ਕੀਤਾ ਜਾਂਦਾ। ਸਕੂਲਾਂ ਦੇ ਵਿੱਚ ਹੋ ਸਕਦਾ ਕੋਈ ਹੁਣ ਵਿਸ਼ੇ ਚੱਲ ਪਏ ਹੋਣ ਇਹੋ ਜਿਹੇ ਜਿਹੜੇ ਕਿ ਤੁਹਾਨੂੰ ਐਥਿਕਸ ਸਿਖਾਉਂਦੇ ਹੋਣ, ਜਾਂ ਤੁਹਾਨੂੰ ਆਲੇ ਦੁਆਲੇ ਦੀ ਸਾਂਭ ਸੰਭਾਲ ਸਿਖਾਉਂਦੇ ਹੋਣ। ਗੁਰਬਾਣੀ ਤੱਕ ਸਾਨੂੰ ਪਹੁੰਚ ਨਹੀਂ ਹੁੰਦੀ ਸੀਗੀ, ਹੁਣ ਤੱਕ ਤਾਂ ਜਮਾ ਹੀ ਨਹੀਂ ਸੀ, ਅਤੇ ਨਾ ਹੀ ਪਹੁੰਚਣ ਦਿੱਤਾ ਜਾਂਦਾ ਸੀ। ਛੋਟੇ ਬੱਚੇ ਦੀ ਤਾਂ ਵੈਸੇ ਵੀ ਨਹੀਂ ਹੁੰਦੀ। ਪਰ ਇਹ ਕੀ ਕਰਦੇ, ਇਹਨਾਂ ਨੂੰ ਪਤਾ ਵੀ 7 ਸਾਲ ਤੱਕ ਬੱਚਾ ਜਿਹੜਾ ਉਹ ਕੋਰਾ ਕਾਗਜ਼ ਹੁੰਦਾ, ਉੱਤੇ ਜੋ ਲਿਖ ਦਿਓਗੇ ਉਹ ਮੰਨ ਜੂਗਾ। ਉਹ 7 ਸਾਲ ਤੋਂ ਪਹਿਲਾਂ ਹੀ ਬੱਚੇ ਨੂੰ ਇਹ
ਪੱਕੀਆਂ ਗੱਲਾਂ ਲਿਖਾ ਦਿੰਦੇ ਆ ਵੀ ਕਿਵੇਂ ਸਾਫ਼ ਸਫਾਈ ਰੱਖਣੀ ਆ, ਕਿਵੇਂ ਕੁਦਰਤ ਦੀ ਕਦਰ ਕਰਨੀ ਆ। ਮੈਂ ਇੱਥੇ ਪਹਿਲਾਂ ਹੀ ਸੰਜੀਵ ਜੀ ਇੱਕ ਡਿਸਕਲੇਮਰ ਦੇ ਦਿਆਂ, ਅਕਸਰ ਲੋਕ ਸਮਝਦੇ ਹੁੰਦੇ ਆ ਵੀ ਇਹ ਨਿੰਦਣ ਆ ਗਿਆ ਇੰਡੀਆ ਨੂੰ, ਜਾਂ ਆਸਟ੍ਰੇਲੀਆ ਨੂੰ ਸਲਾਹੁਣ ਆ ਗਿਆ, ਜਾਂ ਆਸਟ੍ਰੇਲੀਆ ਨੂੰ ਨਿੰਦਣ ਆ ਗਿਆ। ਮੇਰਾ ਇਹ ਮਕਸਦ ਨਹੀਂ ਹੁੰਦਾ ਕਦੇ ਵੀ। ਮੈਂ ਦੁਨੀਆ 'ਚ ਕਿਤੇ ਵੀ ਗਿਆ, ਮੈਂ ਕਿਸੇ ਨੂੰ ਛੋਟਾ ਜਾਂ ਵੱਡਾ ਕਰਕੇ ਨਹੀਂ ਅੰਗਿਆ। ਹਰ ਦੀ ਆਪੋ ਆਪਣੀ ਬਿਊਟੀ ਆ, ਹਰ ਦੀ ਆਪੋ ਆਪਣੀ ਕੁਆਲਿਟੀ ਆ। ਸੋ ਇਸ ਕਰਕੇ ਇਹ ਦਿਮਾਗ 'ਚ ਰੱਖ ਕੇ ਨਾ ਸਾਡੀਆਂ ਗੱਲਾਂ ਨੂੰ ਸੁਣਿਆ ਜਾਵੇ ਵੀ ਮੈਂ ਕਿਸੇ ਦੀ ਤਾਰੀਫ ਕਰ ਰਿਹਾ, ਕਿਸੇ ਨੂੰ ਛੋਟਾ ਕਹਿ ਰਿਹਾ। ਜਿੱਥੇ ਇੰਡੀਆ ਦੀ ਤਾਰੀਫ ਨਹੀਂ ਬਣਦੀ ਉਹਦੀ ਕਰਦਾ, ਜਿੱਥੇ ਆਸਟ੍ਰੇਲੀਆ ਦੀ ਬਣਦੀ ਉਹਦੀ ਕਰਦਾ। ਹਾਂ, ਮੈਂ ਅਕਸਰ ਮੈਨੂੰ ਪੁੱਛਦੇ ਆ ਜੇ ਇੰਡੀਆ ਤੇ ਆਸਟ੍ਰੇਲੀਆ ਦੇ ਫਰਕ ਦੇ ਬਾਰੇ ਕਹਿੰਦੇ ਆ ਨਾ, ਮੈਂ ਕਹਿਣਾ ਜਿੰਨੀ ਕੁਦਰਤ ਇੰਡੀਆ 'ਚ ਮਿਹਰਬਾਨ ਆਸਟ੍ਰੇਲੀਆ 'ਚ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਉਵੇਂ ਪਾਣੀ ਨਹੀਂ ਹੈ, ਆਸਟ੍ਰੇਲੀਆ ਦੇ ਵਿੱਚ ਰੇਗਿਸਤਾਨ ਪਿਆ, ਸਾਰਾ ਖਾਲੀ ਪਿਆ। ਵੈਦਰ ਆ ਜਿਹੜਾ ਉਹ ਬਹੁਤ ਜ਼ਿਆਦਾ, ਸੂਰਜ ਆ ਜਿਹੜਾ ਤਪਸ਼ ਵਾਲਾ, ਥੋੜ੍ਹਾ ਜਿਹਾ ਵੀ ਆਊਗਾ ਤਾਂ ਤੁਹਾਨੂੰ ਤੁਹਾਡੀ ਸਕਿਨ ਨੂੰ ਸਾੜਦਾ, ਬਹੁਤ ਕੁਛ ਜਾਣੀ ਕਿ ਉੱਥੇ ਨੈਗੇਟਿਵ ਆ। ਪਰ ਉਹਨਾਂ ਨੇ ਉਹਨੂੰ ਸੰਭਾਲਿਆ ਹੋਇਆ, ਥੋੜ੍ਹੇ ਜਿਹੇ ਪਾਣੀ ਨੂੰ ਆਰਗੇਨਾਈਜ਼ ਕੀਤਾ ਹੋਇਆ। ਸੋ ਸਿਸਟਮ ਆ ਜਿਹਨੂੰ ਕਹਿੰਦੇ, ਤੇ ਸਿਸਟਮ ਫੇਰ ਆ ਜਾਂਦਾ। ਜੋ ਮੈਂ ਸਿਸਟਮ ਦੀ ਗੱਲ ਕਹੂੰਗਾ ਤੇ ਲੋਕ ਸਰਕਾਰਾਂ ਨੂੰ ਬਲੇਮ ਕਰਨ ਲੱਗ ਜਾਂਦੇ ਆ, ਉੱਥੋਂ ਦੀ ਸਰਕਾਰ ਚੰਗੀ ਹੋਣੀ ਆ, ਇੱਦਾਂ ਹੋਣਾ। ਪਰ ਮੇਰਾ ਸਿਸਟਮ ਦੇ ਮਾਮਲੇ 'ਚ ਸਿੰਗਲ ਵਿਚਾਰ ਇਹੀ ਹੈ ਜੀ ਵੀ ਸਿਸਟਮ ਕੌਣ ਆ? ਸਿਸਟਮ ਅਸੀਂ ਆ। ਬਸ ਅਸੀਂ ਸਿਸਟਮ ਵਿਗਾੜਨ ਵਾਲੇ, ਅਸੀਂ ਸੁਧਾਰਨ ਵਾਲੇ ਆ। ਫਿਰ ਮੈਨੂੰ ਇਸ ਗੱਲ ਦੀ ਆਉਂਦੀ ਹੁੰਦੀ ਹੈ ਵੀ ਅਸੀਂ ਸੁਧਾਰਨਾ ਆਪਣੇ ਆਪ ਨੂੰ ਹੁੰਦਾ, ਤੇ ਅਸੀਂ ਆਸ ਕਰਦੇ ਹਾਂ ਕੋਈ ਲੀਡਰ ਸੁਧਾਰੇ ਸਾਨੂੰ ਆ ਕੇ, ਜਾਂ ਸਾਨੂੰ ਕੋਈ ਬਾਬਾ ਸੁਧਾਰੇ ਆ ਕੇ, ਅਸੀਂ ਉਹਦੀ ਕਥਾ ਸੁਣੀਏ ਤੇ ਗੱਲਾਂ ਸੁਣੀਏ ਤੇ ਉਹ ਸਾਨੂੰ ਸੁਧਾਰੇ। ਕਿਉਂ ਜੀ? ਸੁਧਰਨਾ ਤਾਂ ਅਸੀਂ ਆਪ ਆ, ਤੇ ਕਿਉਂ ਨਾ ਅਸੀਂ ਆਪ ਤੋਂ ਸ਼ੁਰੂ ਕਰੀਏ। ਮੈਨੂੰ ਅਕਸਰ ਸਵਾਲ ਇਹ ਗੱਲ ਵੀ ਕਰਦੇ ਆ ਲੋਕ ਵੀ ਇੰਡੀਆ ਦਾ ਕੁਛ ਨਹੀਂ ਬਣ ਸਕਦਾ। ਮੈਂ ਕਹਿੰਦਾ ਕਿਉਂ ਭਾਈ? ਉਹ ਕਹਿੰਦੇ ਖਲਕਤ ਬਹੁਤ ਆ। ਮੈਂ ਕਿਹਾ ਯਾਰ ਇਹ ਤਾਂ ਪੋਜ਼ੀਟਿਵ ਪੁਆਇੰਟ ਆ ਤੁਹਾਡਾ, ਖਲਕਤ, ਐਨਰਜੀ ਆ ਤੁਹਾਡੇ ਕੋਲੇ। ਅਕਸਰ ਜੇ ਇੱਕ ਕੰਮ ਨੂੰ 10 ਬੰਦੇ ਜਿੰਨਾ ਟਾਈਮ ਲਾਉਂਦੇ ਆ, ਜੋ ਹਜ਼ਾਰਾਂ ਬੰਦਾ ਤਾਂ ਉਹਨੂੰ ਛੇਤੀ ਕਰੂਗਾ ਨਾ, ਤਾਂ ਫਿਰ ਇੰਡੀਆ ਤਾਂ ਹਰ ਕੰਮ ਨੂੰ ਛੇਤੀ ਕਰ ਸਕਦਾ। ਇਹਦੇ ਕੋਲੇ ਮੈਨ ਪਾਵਰ। ਪਰ ਉਹ ਮੈਨ ਪਾਵਰ ਤਾਂ ਹੀ ਆ ਜੇ ਅਸੀਂ ਇਕੱਲਾ ਆਪਦੇ ਆਪ ਨੂੰ ਸੁਧਾਰ ਲਈਏ। ਤੇ ਕਹਿੰਦੇ ਟਾਈਮ ਬਹੁਤ ਲੱਗੂ। ਮੈਂ ਕਹਿੰਦਾ ਮੈਂ ਆਪਦੇ ਆਪ ਨੂੰ ਸੁਧਾਰਨਾ, ਮੰਨ ਲਓ ਮੈਂ ਕੋਈ ਚੀਜ਼ ਨੂੰ ਆਪਦੇ ਆਪ 'ਚ ਚੇਂਜ ਕਰਨੀ ਆ, ਤਾਂ ਮੈਨੂੰ ਤਾਂ 1 ਮਿੰਟ ਹੀ ਲੱਗੂਗਾ ਨਾ, ਮੈਂ ਨਹੀਂ ਕਰਨਾ। ਟਾਈਮ ਕਿਵੇਂ ਲੱਗ ਗਿਆ? ਜੇ ਮੈਂ ਹੁਣ ਅੱਜ ਕਹਿਤਾ ਵੀ ਮੈਂ ਅੱਜ ਤੋਂ ਗੰਦ ਨਹੀਂ ਪਾਉਣਾ, ਤਾਂ ਬਸ ਸੁਧਰ ਗਿਆ, ਟਾਈਮ ਤਾਂ ਲੱਗਿਆ ਹੀ ਨਾ। ਪਰ ਇਹ ਪੋਜ਼ੀਟਿਵ ਵੇ ਅਸੀਂ ਘੱਟ ਦੇਖਦੇ ਹਾਂ। ਮਾਫੀ ਚਾਹੁੰਦਾ, ਅਸੀਂ ਨੈਗੇਟਿਵਿਟੀ ਨੂੰ ਫੈਲਾਉਣ ਵਾਲੇ ਪਾਸੇ ਜ਼ਿਆਦਾ ਜਾਂਦੇ। ਤੁਸੀਂ ਆਪਣੇ ਆਪ ਨੂੰ ਸੁਧਾਰੋ, ਮੈਂ ਆਪਣੇ ਆਪ ਨੂੰ ਸੁਧਾਰਾਂ, ਹਰ ਬੰਦਾ ਆਪਣੇ ਆਪ ਨੂੰ ਸੁਧਾਰੇ, ਪੂਰਾ ਸਮਾਜ ਸੁਧਰ ਗਿਆ, ਪੂਰਾ ਦੇਸ਼ ਸੁਧਰ ਗਿਆ। ਤੁਸੀਂ ਖਲਕਤ ਦੀ ਗੱਲ ਕੀਤੀ ਹੈ, ਕਿਸੇ ਕਵੀ ਨੇ ਕਿਹਾ 2 ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ। ਜੋਕ ਖੂਨ ਪੀਣ ਵਾਲੇ ਹੁੰਦੇ ਨੇ, ਲੋਕ ਹਮੇਸ਼ਾ ਕੰਮ ਕਰਨ ਵਾਲੇ ਹੁੰਦੇ ਨੇ, ਜੋ ਵਧੀਆ ਸੋਚ ਨਾਲ ਕੰਮ ਕਰਦੇ ਨੇ। ਤੇ ਜੇ ਅਸੀਂ ਜੋਕਾਂ ਵਾਲੇ ਪਾਸੇ ਹੋਣੇ ਆ ਤੇ ਸਾਨੂੰ ਲੋਕਾਂ ਵਾਲੇ ਪਾਸੇ ਆਉਣਾ ਚਾਹੀਦਾ, ਸੁਧਰ ਜਾਣਾ ਚਾਹੀਦਾ। ਆਸਟ੍ਰੇਲੀਆ ਗਏ ਕਿੰਨੇ ਸਾਲ ਹੋ ਗਏ? ਇੱਥੋਂ 16 ਸਾਲ ਦੇ ਕਰੀਬ ਹੋ ਗਏ ਜੀ ਤਕਰੀਬਨ। ਮੈਂ ਜੂਨ ਦੀ 5 ਜੂਨ ਨੂੰ ਤਰੀਕ ਸੀਗੀ 5 ਮਹੀਨਾ ਸੀ 6ਵਾਂ ਤੇ ਸਾਲ ਸੀ 7ਵਾਂ। ਲੱਕੀਲੀ 5 6 7 ਨੂੰ ਮੈਂ ਆਸਟ੍ਰੇਲੀਆ ਪਹੁੰਚਿਆ ਸੀ। 5 6 7 ਜੀ 9 2 11 5 6 7 ਨੂੰ ਪਹੁੰਚਿਆ ਸੀ। ਸੋ ਵਧੀਆ ਰਿਹਾ ਉੱਥੇ? ਕਿੱਦਾਂ ਰਿਹਾ? ਦੇਖੋ ਸਾਰਿਆਂ ਲਈ ਵਿਦੇਸ਼ ਤਾਂ ਸੇਮ ਹੀ ਆ, ਤੇ ਵਿਦੇਸ਼ ਦੀਆਂ ਜਿਹੜੀਆਂ ਆਪਦੇ ਫਾਇਦੇ ਵੀ ਆ, ਵਿਦੇਸ਼ ਦੇ ਨੁਕਸਾਨ ਵੀ ਆ। ਸਾਰੇ ਦੌਰਾਂ 'ਚੋਂ ਮੈਂ ਵੀ ਲੰਘਿਆ, ਸਭ ਕੁਛ ਕਰਨਾ ਪਿਆ, ਸਭ ਕੁਛ ਕਰਦਾ ਕਰਾਉਂਦਾ ਅੱਜ ਇਸ ਸਟੇਜ 'ਤੇ ਆ ਵੀ ਤੁਹਾਨੂੰ ਇਸ ਚੇਅਰ 'ਤੇ ਬੈਠਣ ਦਾ ਮੌਕਾ ਮਿਲਣਾ ਵੀ ਕੋਈ ਛੋਟੀ ਪ੍ਰਾਪਤੀ ਨਹੀਂ, ਮੈਂ ਮੰਨਦਾ ਵੱਡੀ ਪ੍ਰਾਪਤੀ ਹੈ। ਅਤੇ ਪ੍ਰਾਪਤੀਆਂ ਉਸ ਮਿਹਨਤ ਨੇ, ਜਾਂ ਲੋਕਾਂ ਦੇ ਸਾਥ ਨੇ, ਜਾਂ ਨੀਅਤ ਨੀਤੀ ਨੇ। ਮੈਂ ਤਾਂ ਇਹ ਮੰਨਦਾ ਹੁੰਦਾ ਵੀ ਸਾਫ਼ ਨੀਅਤ ਤੇ ਸਪਸ਼ਟ ਨੀਤੀ ਸਾਡਾ ਨਾਅਰਾ, ਉਸ ਦੇ ਤਹਿਤ ਚੱਲੇ ਤਾਂ ਮਿਲਿਆ। ਹਾਂ, ਸ਼ੁਰੂਆਤ ਹਰ ਬੰਦੇ ਦੀ ਔਖੀ ਹੁੰਦੀ ਆ, ਕਿਉਂਕਿ ਸ਼ੁਰੂਆਤ ਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦਾ, ਅਸੀਂ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਚੱਕ ਕੇ ਲੈ ਜਾਂਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਬਹੁਤ ਜ਼ਿਆਦਾ ਤੰਗ ਕਰਦੀਆਂ। ਮੈਂ ਅਕਸਰ ਅੱਜ ਦੇ ਬੱਚਿਆਂ ਨੂੰ ਆਪਦੇ ਰੇਡੀਓ ਸ਼ੋਅ ਜ਼ਰੀਏ, TV ਜ਼ਰੀਏ, ਲਿਖਤਾਂ ਜ਼ਰੀਏ ਦੱਸਦਾ ਵੀ ਯਾਰ ਵੀ ਤੁਸੀਂ ਨਾ ਥੋੜ੍ਹੀਆਂ ਜਿਹੀਆਂ ਚੀਜ਼ਾਂ ਇਹਨਾਂ ਨੂੰ ਉੱਥੇ ਛੱਡਿਆ ਕਰੋ, ਜਿਵੇਂ ਨੰਬਰਦਾਰੀ ਹੋਈ, ਸਰਪੰਚੀ ਹੋਈ, ਚੌਧਰ ਹੋਈ, ਉਹ ਉਹ ਚੀਜ਼ਾਂ ਜਿਹੜੀਆਂ ਉਹਨੂੰ ਏਅਰਪੋਰਟ 'ਤੇ ਛੱਡ ਦਿਆ ਕਰੋ। ਨਾਲ ਜਿਹੜੀ ਅਸੀਂ ਨਾ ਕੱਪੜਿਆਂ ਦੀ ਚਲੋ ਅਟੈਚੀ ਲੈ ਆਉਣੇ, ਉਹਦੀ ਤਾਂ ਸਾਡੀ ਲਿਮਿਟ ਹੁੰਦੀ ਆ ਵੀ ਅਸੀਂ ਉਹ ਲਿਮਿਟ 'ਚ ਲੈ ਆਉਣੇ, 30 ਕਿਲੋ ਹੋਣਗੇ, 7 ਕਿਲੋ ਬੈਗ ਹੋਊਗਾ। ਪਰ ਅਸੀਂ ਨਾ ਇੱਕ ਜਿਹੜੀ ਪੰਡ ਚੱਕ ਲੈਂਦੇ ਹਾਂ ਐਕਸਪੈਕਟੇਸ਼ਨ ਦੀ, ਸੁਪਨੇ ਲੈਣੇ ਮਾੜੀ ਗੱਲ ਨਹੀਂ, ਸੁਪਨਿਆਂ ਦੀ ਪੰਡ ਲਿਆਓ, ਸੁਪਨਿਆਂ ਦੀ ਪੰਡ ਭਾਰੀ ਨਹੀਂ ਹੁੰਦੀ ਕਦੇ। ਪਰ ਜਿਹੜੀ ਇੱਕ ਐਕਸਪੈਕਟੇਸ਼ਨ ਦੀ ਪੰਡ ਹੁੰਦੀ ਆ, ਜਿਹੜੀਆਂ ਚਾਹਤਾਂ ਦੀ, ਇੱਛਾਵਾਂ ਦੀ ਵੱਡੀ ਪੰਡ ਚੱਕ ਲੈਂਦੇ ਹਾਂ ਤਾਂ ਉਹਦਾ ਭਾਰ ਬਹੁਤ ਵੱਡਾ ਕਰ ਲੈਂਦੇ ਹਾਂ। ਉਹ ਭਾਰ ਸਾਨੂੰ ਪਹਿਲੇ ਦਿਨ ਤੋਂ ਤੰਗ ਕਰਨ ਲੱਗ ਜਾਂਦਾ। ਇੱਥੇ ਹੋਰ ਕੁਝ ਦਿਖਦਾ, ਜਦੋਂ ਉਤਰ ਕੇ ਜਾ ਕੇ ਉੱਥੇ ਜ਼ਮੀਨੀ ਪੱਧਰ 'ਤੇ ਸੱਚਾਈ ਦੇਣੇ ਆ ਤੇ ਉਹ ਪੰਡ ਚੱਕ ਕੇ ਤੁਰਨਾ ਸਾਨੂੰ ਬਹੁਤ ਔਖਾ ਹੋ ਜਾਂਦਾ। ਸਾਨੂੰ ਪਿਛਲਿਆਂ ਨੂੰ ਵੀ ਅਸੀਂ ਦੇ ਜਾਂਦੇ ਹਾਂ ਸਭ ਜਵਾਕ, ਤੇ ਉਹਨਾਂ ਨੂੰ ਆਸ ਵੀ ਹੁੰਦੀ ਹੈ ਕਿਉਂਕਿ ਆਂਢੀ ਗੁਆਂਢੀਆਂ ਦੇ ਜਵਾਕ ਨੇ ਉਹ ਕੁਛ ਕੀਤਾ ਹੁੰਦਾ ਇੱਥੇ, ਤਾਂ ਉਹ ਪਿਛਲੇ ਵੀ ਉਹ ਪੰਡ ਹੋਰ ਭਾਰੀ ਕਰ ਦਿੰਦੇ ਆ। ਤੇ ਇਹ ਕਿਤੇ ਨਾ ਕਿਤੇ ਸਾਡਾ ਰਸਤਾ ਮੁਸ਼ਕਲ ਕਰ ਦਿੰਦੀ ਹੈ। ਕਿਉਂ ਗਏ ਆਸਟ੍ਰੇਲੀਆ? ਕੀ ਹਾਲਾਤ ਸੀ? ਕਿਉਂ ਜਾਣਾ ਪਿਆ ਆਸਟ੍ਰੇਲੀਆ? ਮੇਰੇ ਹਾਲਾਤ ਦੇਖੋ, ਹਰ ਬੰਦੇ ਦੀ ਵੱਖਰੀ ਸਟੋਰੀ ਆ, ਹਰ ਬੰਦੇ ਦੀ ਆਪਣੀ ਸਟੋਰੀ ਆ। ਪਰ ਮੇਰੇ ਹਾਲਾਤ ਇੰਨੇ ਬੁਰੇ ਨਹੀਂ ਸੀ ਵੀ ਮੈਨੂੰ ਜਾਣਾ ਪੈਂਦਾ। ਬਸ ਸਿੰਪਲ ਜੀ ਸੀ। ਮੇਰੇ ਇਨਲੌਜ਼, ਮੇਰੇ ਸਿਸਟਰ ਇਨਲੌ ਉੱਥੇ ਸਨ
ਤੇ ਜਦੋਂ ਉਹਨਾਂ ਨਾਲ ਮੇਰਾ ਰਿਸ਼ਤਾ ਵਾਹ ਦਾ ਵਾਸਤਾ ਪਿਆ 91 ਤੋਂ ਬਾਅਦ ਦਾ, ਤਾਂ ਮੈਨੂੰ ਚਲੋ ਉੱਥੋਂ ਦੀ ਆਸਟ੍ਰੇਲੀਆ ਦੀਆਂ ਗੱਲਾਂ ਚੰਗੀਆਂ ਲੱਗਣ ਲੱਗ ਗਈਆਂ, ਆਉਣ ਜਾਣ ਹੋ ਗਿਆ। ਉਸ ਤੋਂ ਬਾਅਦ ਬੇਟਾ ਜਦੋਂ ਥੋੜ੍ਹਾ ਜਿਹਾ ਸਕੂਲਿੰਗ 'ਚ 8ਵੀਂ 9ਵੀਂ 'ਚ ਹੋਇਆ, ਤੇ ਉਹਨੇ ਵੀ ਕਹਿਣਾ ਸ਼ੁਰੂ ਕੀਤਾ ਵੀ ਮੈਂ ਆਸਟ੍ਰੇਲੀਆ ਪੜ੍ਹੂੰਗਾ ਟਾਈਮ ਆਉਣ 'ਤੇ। ਸਾਨੂੰ ਵੀ ਲੱਗਿਆ ਵੀ ਆਪਾਂ ਚੰਗੇ ਭਵਿੱਖ ਲਈ ਇਹਨਾਂ ਨੂੰ ਚਲੋ ਉੱਥੋਂ ਪੜ੍ਹਾਵਾਂਗੇ। ਪਰ ਫਿਰ ਇੱਕ ਇਹੋ ਜਿਹਾ ਦੌਰ ਆਇਆ ਜੀ 'ਚ ਇਹ ਲੱਗਿਆ ਵੀ ਇਕੱਲੇ ਛੋਟੇ ਬੱਚੇ ਨੂੰ ਭੇਜਣ ਨਾਲੋਂ ਬਿਹਤਰ ਆ ਆਪਾਂ ਹਜੇ ਟਰਾਈ ਕਰਕੇ ਦੇਖ ਲੈਂਦੇ ਹਾਂ, ਆਪਾਂ ਨੂੰ ਜੇ PR ਜਾਂ ਕੋਈ ਸਿੱਧੀ ਮਿਲਦੀ ਆ ਤਾਂ ਆਪਾਂ ਚੱਲ ਜਾਂਦੇ ਹਾਂ, ਅਤੇ ਉੱਥੋਂ ਫਿਰ ਆਪਾਂ ਇਹਨਾਂ ਨੂੰ ਬੱਚੇ ਨੂੰ ਸੈਟਲ ਕਰਕੇ ਆ ਜਾਵਾਂਗੇ। ਪਰ ਉਹ ਜਦੋਂ ਇੱਕ ਵਾਰੀ ਕਹਿ ਕੇ ਹਰ ਇੱਕ ਪਰਦੇਸੀ ਕਹਿ ਕੇ ਜਾਂਦਾ, ਪਰ ਆਉਂਦਾ ਤਾਂ ਕੁੱਜੇ 'ਚ ਹੀ ਹੈ ਜੀ, ਇਹ ਤਾਂ ਸਭ ਨੂੰ ਸੱਚਾਈ ਆ। ਉਹ ਤਾਂ ਐਵੇਂ ਆਖਣ ਨੂੰ ਜਿਹੜਾ ਮਰਜ਼ੀ ਆਖੀ ਜਾਵੇ, ਹਰ ਬੰਦੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ 5-10 ਸਾਲ 20 ਸਾਲ ਕਮਾਈ ਕਰਨੀ ਆ, ਫਿਰ ਰਹਿਣਾ ਤਾਂ ਆ ਕੇ ਪਿੰਡ ਹੀ ਆ। ਅਤੇ ਪਰ ਰਹਿੰਦੇ ਕਿੰਨੇ 0.1% ਲੋਕ ਜਿਹੜੇ ਆ ਕੇ ਵਾਪਸ ਆ ਕੇ ਇੱਥੇ ਰਹਿੰਦੇ ਆ। ਸੋ ਮੈਂ ਵੀ ਗਿਆ ਇਸੇ ਲਈ ਸੀ, ਬੇਟੇ ਨੂੰ ਵੀ ਐਡਜਸਟ ਕਰਕੇ ਆਊਂਗਾ। ਪਰ ਲੱਕੀਲੀ ਕੀ ਸੀ, ਉਦੋਂ ਵੀਜ਼ਾ ਬੜਾ ਸੌਖਾ ਸੀਗਾ, ਅਤੇ ਮੈਨੂੰ ਡਾਇਰੈਕਟਲੀ ਐਜ਼ ਏ ਆਟੋ ਮਕੈਨਿਕ ਦੇ ਤੌਰ ਦੇ ਉੱਤੇ ਪੂਰੇ ਪਰਿਵਾਰ ਨੂੰ ਮੈਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ, ਅਤੇ ਉਸ ਕਰਕੇ ਚਲਾ ਗਿਆ। ਤੁਸੀਂ ਗੱਲ ਕਹੀ ਕਿ ਅੱਜ ਮੈਂ ਇਸ ਕੁਰਸੀ 'ਤੇ ਬੈਠਾ, ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਵਿੱਚ ਰਹਿ ਕੇ ਤੁਹਾਨੂੰ ਉਹ ਮੌਕੇ ਨਹੀਂ ਮਿਲਣੇ ਸੀ ਅਤੇ ਆਸਟ੍ਰੇਲੀਆ 'ਚ ਜਾ ਕੇ ਤੁਹਾਨੂੰ ਤਰੱਕੀ ਕਰਨ ਦੇ ਮੌਕੇ ਮਿਲ ਗਏ? ਦੇਖੋ, ਇੱਕ ਚੀਜ਼ ਹੁੰਦੀ ਆ ਵੀ ਜੇ ਹੁਣ ਮੈਂ ਖਲਕਤ ਦੀ ਗੁਣ ਦੱਸਿਆ ਤੁਹਾਨੂੰ ਪਹਿਲਾਂ, ਤਾਂ ਭੀੜ ਦਾ ਇੱਕ ਔਗਣ ਵੀ ਆ। ਭੀੜ ਦੇ ਵਿੱਚ ਜੇ ਕਿਸੇ ਨੇ ਜਗ੍ਹਾ ਬਣਾਉਣੀ ਆ, ਜਾਂ ਤਾਂ ਤੁਹਾਡੇ ਕੋਲ ਐਕਸਟਰਾ ਆਰਡੀਨਰੀ ਟੈਲੈਂਟ ਹੋਣਾ ਚਾਹੀਦਾ, ਅਤੇ ਤੁਸੀਂ ਉਹ ਭੀੜ ਨੂੰ ਚੀਰ ਕੇ ਨਿਕਲ ਕੇ ਸਾਹਮਣੇ ਆ ਜਾਓ। ਹਰ ਬੰਦੇ ਕੋਲੇ ਤਾਂ ਉਹ ਟੈਲੈਂਟ ਨਹੀਂ ਹੁੰਦਾ ਵੀ ਹਰ ਬੰਦਾ ਜੇ ਰਾਈਟਰ ਆ ਤਾਂ ਪਾਤਰ ਸਾਹਿਬ ਪੰਨੂ ਸਾਹਿਬ ਬਣ ਜੂਗਾ, ਅਤੇ ਜਾਂ ਸਚਿਨ ਤੰਦੂਲਕਰ ਬਣ ਜੂਗਾ। ਮੇਰੇ ਵਰਗੇ ਸਧਾਰਨ ਜਿਹੜੀ ਲੋਕ ਵੀ ਹੁੰਦੇ ਆ, ਜਿਹੜੇ ਥੋੜ੍ਹੀ ਬਹੁਤ ਕਲਾ ਹੁੰਦੀ ਆ ਪਰ ਜ਼ਿਆਦਾ ਨਹੀਂ ਹੁੰਦੀ, ਉਸ ਭੀੜ ਦੇ ਵਿੱਚੋਂ ਨਿਕਲਣਾ ਕਾਫੀ ਔਖਾ ਸੀ। ਇਸ ਚੇਅਰ 'ਤੇ ਪਹੁੰਚਣਾ ਮੈਨੂੰ ਨਹੀਂ ਲੱਗਦਾ ਸੀਗਾ ਕੋਈ ਸੌਖਾ ਕੰਮ ਸੀਗਾ ਜੇ ਕਹੀਏ। ਅਤੇ ਮੈਂ ਹੁਣ 5ਵੀਂ 7ਵੀਂ ਵਾਰ ਇਸ ਸ਼ੋਅ 'ਚ ਆ ਗਿਆ, ਤਾਂ ਇਸ 'ਤੇ ਤਾਂ ਹੀ ਆਇਆ ਜੇ ਮੈਂ ਭੀੜ 'ਚੋਂ ਬਾਹਰ ਨਿਕਲ ਗਿਆ ਸੀ। ਉੱਥੇ ਭੀੜ ਥੋੜ੍ਹੀ ਸੀ, ਓਪਰਚੁਨਿਟੀ ਜਿਹਨੂੰ ਮੌਕੇ ਬਹੁਤ ਜ਼ਿਆਦਾ ਸੀਗੇ, ਅਤੇ ਕਈ ਮੈਦਾਨ ਖਾਲੀ ਪਏ ਸੀ। ਅਤੇ ਮੈਂ ਤਾਂ ਅਕਸਰ ਕਹਿਣਾ ਹੁੰਦਾ, ਇਹ ਇੱਕ ਮੇਰਾ ਤਾਂ ਤਕੀਆ ਕਲਾਮ ਹੀ ਆ ਵੀ ਉੱਥੇ ਖਾਲੀ ਮੈਦਾਨ ਸੀ, ਮੈਂ ਖੁਦ ਹੀ ਕਲੀ ਕੁਲੀ ਪਾਲੀ, ਖਾੜਾ ਪੱਟ ਲਿਆ, ਅਤੇ ਮੈਂ ਖੁਦ ਹੀ ਘੋਲਣ ਲੱਗ ਗਿਆ। ਕੋਈ ਜਦੋਂ ਆਇਆ ਨਹੀਂ ਘੋਲਣ, ਮੈਂ ਖੁਦ ਹੀ ਆਪਣੇ ਆਪ ਨੂੰ ਜੇਤੂ ਸਾਬਤ ਕਰ ਲਿਆ, ਅਤੇ ਮੈਂ ਉੱਥੋਂ ਦੇ ਇੱਕ ਵਿਜੇਤਾ ਦੇ ਤੌਰ 'ਤੇ ਨਿਕਲ ਕੇ ਆ ਗਿਆ। ਵੀ ਮੇਰਾ ਤਾਂ ਸਿੰਪਲ ਜਿਹਾ ਮੰਨਣਾ ਵੀ ਪੈਰ ਹੇਠ ਬਟੇਰਾ ਵੀ ਇਹਨੂੰ ਕਹਿ ਸਕਦੇ ਹਾਂ। ਇੱਥੇ ਲਿਖਦਾ ਸੀ ਅਖਬਾਰਾਂ 'ਚ, ਮੈਨੂੰ ਲੱਗਦਾ ਮੇਰੇ 85-86 'ਚ ਅਖਬਾਰਾਂ 'ਚ ਆਰਟੀਕਲ ਛਪਣ ਲੱਗ ਗਏ ਸੀ ਇੱਥੇ, ਪਰ ਨਹੀਂ ਜਾਣਦੇ ਸੀ ਕੋਈ ਲੋਕ ਮਿੰਟੂ ਬਰਾੜ ਨੂੰ, ਜਿਨ੍ਹਾਂ ਨੇ ਕੋਈ 5-7 ਮਿੰਨੀ ਕਹਾਣੀਆਂ ਪੜ੍ਹੀਆਂ ਹੋਣੀਆਂ ਮੇਰੀਆਂ ਜਾਂ ਹੋਰ, ਉਹ ਜਾਣਦੇ ਸੀ ਵੀ ਕਿ ਵੀ ਰਾਈਟਰ ਹੈਗਾ, ਥੋੜ੍ਹੇ ਬਹੁਤ ਲੋਕ। ਪਰ ਜਦੋਂ ਮੈਂ ਉੱਥੇ ਜਾਂਦਾ ਅਤੇ ਉੱਥੋਂ ਦੇ ਲੋਕਾਂ ਦਾ ਇੱਕ ਫੋਕਸ ਹੁੰਦਾ। ਤੁਸੀਂ ਹੁਣ ਇੱਥੋਂ ਬੈਠੇ ਆਸਟ੍ਰੇਲੀਆ ਨੂੰ ਦੇਖਦੇ ਹੋ, ਤੁਹਾਨੂੰ ਹੋਰ ਨਜ਼ਰੀਆ, ਅਸੀਂ ਉੱਥੋਂ ਦੇਖਦੇ ਹਾਂ ਸਾਨੂੰ ਹੋਰ ਇੰਡੀਆ ਦਿਖਦਾ। ਤਾਂ ਉਹਦੇ 'ਚ ਆਸਟ੍ਰੇਲੀਆ 'ਚ ਕੁਛ ਗੱਲਾਂ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਕਿ ਜਿਗਿਆਸਾ ਜਾਗੀ ਦੁਨੀਆ ਨੂੰ, ਅਤੇ ਮੈਂ ਉਸ 'ਤੇ ਲਿਖਿਆ, ਅਤੇ ਮੈਂ ਰਾਤੋਂ ਰਾਤ ਇੱਕ ਸਥਾਪਿਤ ਹੋ ਗਿਆ ਉਸ ਦੇ ਵਿੱਚ। ਕਈ ਮੈਦਾਨ ਉੱਤੇ ਖਾਲੀ ਪਏ ਸੀ ਜੀ, ਔਰ ਅਸੀਂ ਅਕਸਰ ਕਹਿੰਦੇ ਹਾਂ ਕਰ ਹਰ ਮੈਦਾਨ ਫਤਿਹ। ਜੀ, ਤੁਸੀਂ ਫਤਿਹ ਕੀਤਾ ਮੈਦਾਨ ਨੂੰ, ਤੁਸੀਂ ਅੱਜ ਕਹਿੰਦੇ ਹੋ ਕਿ ਤੁਸੀਂ ਤਰੱਕੀ ਕਰ ਗਏ ਹੋ, ਤੁਸੀਂ ਅੱਜ ਅੱਗੇ ਵੱਧ ਗਏ ਹੋ। ਸਾਡੇ ਪ੍ਰੋਗਰਾਮ ਦਾ ਜੋ ਅਸੀਂ ਨਾਂ ਰੱਖਿਆ ਹੈ, ਵਿਦੇਸ਼ ਜਾ ਕੇ ਕੀ ਪਾਇਆ ਅਤੇ ਕੀ ਗਵਾਇਆ। ਹੁਣ ਇਹ ਦੋਵਾਂ ਦਾ ਮਿਸ਼ਰਣ ਬਣਦਾ, ਇੱਕ ਜੀ ਮਿਲਗੋਬਾ ਬਣਦਾ ਜੀ। ਦੇਖੋ, ਪਹਿਲਾਂ ਤਾਂ ਸੰਜੀਵ ਜੀ ਆਪਾਂ ਗੱਲ ਇਸ ਚੀਜ਼ 'ਤੇ ਕਰੀਏ ਵੀ ਆਪਾਂ ਖੋਏ ਪਾਏ ਦਾ ਤਾਂ ਸਿਸਟਮ ਹਰ ਬੰਦੇ ਨੇ ਕਰਨਾ, ਅਤੇ ਇਹਦੇ ਨਜ਼ਰੀਏ ਵੱਖਰੇ ਵੱਖਰੇ। ਕਈਆਂ ਨੂੰ ਤਾਂ ਪਾਉਣਾ ਜਿਹੜਾ ਹੁੰਦਾ ਪਦਾਰਥ ਹੁੰਦੇ ਆ, ਕਈਆਂ ਨੂੰ ਨਾਂ ਹੁੰਦਾ, ਕਈਆਂ ਨੂੰ ਰੱਬ ਦਾ ਪਾਉਣਾ ਹੁੰਦਾ। ਹਰ ਬੰਦੇ ਦੀ ਆਪੋ ਆਪਣੀ ਜਿਹੜੀ ਉਹ ਸੋਚ ਆ, ਆਪੋ ਆਪਣੀ ਸੋਚ ਮੁਤਾਬਕ। ਜੇ ਤਾਂ ਹੁਣ ਮੈਨੂੰ ਕਿਸੇ ਅਮਰੀਕਨ ਚੈਨਲ ਨੇ ਇੱਕ ਵਾਰੀ ਸਵਾਲ ਕਰਿਆ, ਕਹਿੰਦੇ ਕਿੰਨੇ ਸਾਲ ਹੋ ਗਏ, ਮੈਨੂੰ ਉਦੋਂ 13-14 ਸਾਲ ਹੋਏ ਸੀ, ਮੈਂ ਕਿਹਾ 13-14 ਸਾਲ ਹੋ ਗਏ, ਅਤੇ ਕਹਿੰਦੇ ਕੀ ਕੁਝ ਬਣਾ ਲਿਆ, ਕੀ ਕੁਝ ਪਾ ਲਿਆ, ਆਹੀ ਸਵਾਲ। ਮੈਂ ਕਿਹਾ ਵੀ ਪਾਉਣਾ ਤੁਸੀਂ ਕੀ ਚੀਜ਼ ਮੰਨਦੇ ਹੋ, ਕਿਸ ਚੀਜ਼ ਨੂੰ? ਕਹਿੰਦੇ ਆਹੀ ਵੀ ਘਰ-ਬਾਰ ਕੀ ਕੁਛ। ਮੈਂ ਕਿਹਾ ਫਿਰ ਤਾਂ ਇੱਕ ਟਿਪੀਕਲ ਨਾ ਇੱਕ ਉਹ ਹੁੰਦਾ ਸਾਡੇ ਗੋਰੇ ਦੀ ਇੱਕ ਕਹਾਵਤ ਅੰਗਰੇਜ਼ੀ 'ਚ, ਉਹ ਕਹਿੰਦੇ ਆ ਵੀ ਮੇਰੇ ਕੋਲ ਇੱਕ ਬਲੋਕ ਯਾਨੀ ਕਿ ਇੱਕ ਪਲਾਟ ਆ, ਉਹ ਵੀ ਲੋਨ 'ਤੇ ਘਰ ਪਾਇਆ ਹੋਇਆ। ਉਹਨਾਂ ਦਾ ਇੱਕ ਟਿਪੀਕਲ ਜਿਹੜਾ ਇੱਕ ਇਹ ਪ੍ਰਵਰਬ ਬਣਾਈ ਹੋਈ ਉਹਨਾਂ ਨੇ ਜੀ, ਵੀ ਆਹ 1 ਬਲੋਕ ਵਿਦ ਦਾ ਮੌਰਗੇਜ, ਬਸ ਸਿੰਪਲ ਉਹ ਕਹਿੰਦੇ ਆ। ਮੈਂ ਕਿਹਾ ਫਿਰ ਤਾਂ ਮੈਂ ਵੀ ਉਸੇ ਦਾਇਰੇ 'ਚ ਹੀ ਫਿਰਦਾ ਵੀ ਥੋੜ੍ਹਾ ਬਹੁਤ ਅੱਗੇ ਪਿੱਛੇ ਹੋਊਂਗਾ। ਪਰ ਜੇ ਤੁਸੀਂ ਪਾਉਣਾ ਕਿਸੇ ਚੀਜ਼ ਨੂੰ ਹੋਰ ਮੰਨਦੇ ਹੋ, ਤਾਂ ਫਿਰ ਮੈਂ ਆਸਟ੍ਰੇਲੀਆ ਜਾ ਕੇ ਬਹੁਤ ਕੁਛ ਪਾਇਆ। ਕਹਿੰਦੇ ਕੀ? ਮੈਂ ਕਿਹਾ ਮੈਂ ਅੱਜ ਦੁਨੀਆ ਦੇ ਕਿਸੇ ਮੁਲਕ 'ਚ ਚੱਲ ਜਾਂ, ਤਾਂ ਮੈਂ ਨਹੀਂ ਕਹਿੰਦਾ ਵੀ ਉੱਥੇ ਭਾਈ ਝੰਡੇ ਲਹਿਰਾਏ ਜਾਣਗੇ, ਬੈਂਡ ਬਾਜੇ ਵੱਜਣਗੇ, ਪਰ ਕੋਈ ਇੱਕ ਬੰਦਾ ਮੈਨੂੰ ਕੋਈ ਏਅਰਪੋਰਟ 'ਤੇ ਲੈਣ ਆ ਜਾਊਗਾ ਵੀ ਯਾਰ ਬਾਈ ਆਉਂਦਾ ਅਤੇ ਆਪਾਂ ਲੈ ਕੇ ਆਈਏ, ਮੈਨੂੰ ਘਰੇ ਰੱਖੂਗਾ। ਅਤੇ ਉਹਦੇ ਮੈਂ ਨਤੀਜੇ ਵੀ ਦੇਖਿਆ। ਮੈਂ ਹੁਣ ਤੱਕ ਬਹੁਤ ਸਾਰੇ ਮੁਲਕਾਂ 'ਚ ਜਾ ਆਇਆ, ਮੈਂ ਜੇਬ 'ਚ ਪੈਸੇ ਐਕਸਚੇਂਜ ਕਰਾ ਕੇ ਪਾ ਕੇ ਲੈ ਜਾਂਦਾ, ਪਰ ਕਿਤੇ 5 ਪੈਸੇ ਮੇਰੇ ਲੱਗੇ ਨਹੀਂ। ਮੈਨੂੰ ਆਪੇ ਹੀ ਲੈ ਜਾਂਦੇ ਆ, ਆਪੇ ਘਮਾਉਂਦੇ ਆ, ਕੋਈ ਮਾੜੇ ਥਾਂ ਰੱਖਦਾ ਨਹੀਂ, ਮਾੜਾ ਖਵਾਉਂਦਾ ਨਹੀਂ, ਮਾੜੇ ਥਾਂ ਘਮਾਉਂਦਾ ਨਹੀਂ, ਅਤੇ ਅਖੀਰ
ਉੱਥੋਂ ਦੇ ਸਾਰੇ ਮੀਡੀਆ 'ਚ ਵੀ ਆਉਂਦੀ ਆ ਚਰਚਾ, ਖਬਰਾਂ 'ਚ ਜਾਨਾ, ਰੇਡੀਓ ਅਖਬਾਰਾਂ 'ਚ ਵੀ ਅਟੈਂਡ ਕਰਦਾ, ਤੇ ਐਂਡ ਤੇ ਜਦੋਂ ਦੇਖਦਾ ਲੱਗੀ ਪੰਜੀ ਨਹੀਂ ਮੇਰੀ। ਤਾਂ ਇਹ ਕੀ ਇਹ ਪਾਉਣਾ ਨਹੀਂ ਹੋਇਆ? ਸੋ ਮੇਰੇ ਮੁਤਾਬਕ ਵੀ ਮੈਂ ਜਿਹੜੇ ਸੋਚਦਾ ਬੰਦਾ, ਤਾਂ ਮੈਂ ਇਸ ਢੰਗ ਨਾਲ ਬਹੁਤ ਕੁਝ ਪਾਇਆ। ਮੈਂ ਪਹਿਲਾਂ ਪਾਉਣ ਦੀ ਉਹ ਗੱਲ ਕਰਾਂਗਾ, ਗਵਾਇਆ ਕੀ ਉਹ ਬਾਅਦ ਵਿੱਚ ਦੇਖਦੇ ਹਾਂ। ਜੀ, ਹੋਰ ਕੀ ਪਾਇਆ ਤੁਸੀਂ? ਮੀਡੀਆ ਹਾਊਸ ਦੀ ਗੱਲ ਕੀਤੀ ਕਿ ਤੁਸੀਂ ਉੱਥੇ ਆਪਣਾ ਕਿਤਾਬਾਂ, ਤੁਸੀਂ ਉੱਥੇ ਆਪਣਾ ਅਖਬਾਰ, ਤੁਸੀਂ ਆਪਣੇ ਉੱਥੇ ਰੇਡੀਓ ਇਹ ਵੀ ਚਲਾ ਰਹੇ ਹੋ, ਥੋੜਾ ਦੱਸੋ ਸਾਨੂੰ। ਬਿਲਕੁਲ ਜੀ, ਦੇਖੋ ਅਸੀਂ ਜੋ ਸ਼ੁਰੂਆਤ ਕੀਤੀ ਹੈ 2007 'ਚ ਜਾ ਕੇ, ਤਾਂ ਸ਼ੁਰੂ 'ਚ ਤਾਂ ਇੱਕ ਵਾਰੀ ਸਟਰਗਲ ਹੁੰਦਾ, ਤੇ ਪਰ ਮੈਨੂੰ ਉੱਥੇ ਇੱਕ ਇਹ ਸਿੱਖਿਆ ਮਿਲੀ ਵੀ ਜਿਹੜੀ ਪੜ੍ਹਨ ਦੀ ਕੋਈ ਉਮਰ ਨਹੀਂ। ਇੱਥੇ ਮੈਂ ਪੜ੍ਹਾਈ ਛੱਡ ਕੇ ਬਹੁਤ ਚਿਰਾਂ ਬਾਅਦ ਲੇਟ ਆਈਲੈਟਸ ਦਿੱਤਾ ਸੀ, ਤੇ ਐਂ ਲੱਗਦਾ ਸੀ ਪਤਾ ਨਹੀਂ ਕਿਵੇਂ ਪਾਸ ਹੋ ਗਿਆ ਸੀ ਸਾਰਾ ਕੁਝ। ਚਲੋ ਉਦੋਂ ਥੋੜ੍ਹੇ ਬੈਂਡ ਚਾਹੀਦੇ ਹੁੰਦੇ ਸੀ। ਉਸ ਤੋਂ ਬਾਅਦ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਵੀ ਤੇਰੀ ਇਹ ਪੜ੍ਹਾਈ ਕੁਛ ਨਹੀਂ ਕਰਦੀ, ਇਹ ਮੇਰੇ ਕੋਲੇ ਜਾਣੀ ਕਿ ਮੈਦਾਨ ਤਾਂ ਸੀਗਾ ਲੜਾਈ ਦਾ ਆਸਟ੍ਰੇਲੀਆ, ਤੇ ਮੇਰੇ ਤਰਕਸ਼ 'ਚ ਤੀਰ ਸੀਗੇ ਇੰਡੀਆ ਵਾਲੇ, ਤੇ ਉਹ ਉੱਥੇ ਤੀਰ ਕਰਦੇ ਕੁਛ ਨਹੀਂ ਸੀ। ਤਾਂ ਫਿਰ ਮੈਨੂੰ ਲੱਗਿਆ ਵੀ ਪਹਿਲਾਂ ਆਪਦੇ ਤੀਰ ਬਦਲੀਏ ਤਰਕਸ਼ 'ਚ। ਤਾਂ ਮੈਂ ਉਹ ਤਰਕਸ਼ ਦੇ ਤੀਰ ਬਦਲਣੇ ਸ਼ੁਰੂ ਕੀਤੇ। ਮੈਂ ਉੱਥੇ ਪੜ੍ਹਨਾ ਸ਼ੁਰੂ ਕੀਤਾ ਜਾ ਕੇ 38 ਸਾਲ ਦੀ ਉਮਰ 'ਚ ਜਾ ਕੇ, ਤੇ ਮੈਨੂੰ ਬਹੁਤ ਐਂ ਲੱਗਦਾ ਸੀ ਵੱਡੀ ਗੱਲ। ਪਰ ਜਦੋਂ ਮੈਂ ਪਹਿਲੇ ਦਿਨ ਕਲਾਸ 'ਚ ਗਿਆ ਨਾ, ਤੇ ਥੋੜ੍ਹੇ ਚਿਰ ਬਾਅਦ ਕੁਦਰਤੀ ਮਾਤਾ ਦਾ ਫੋਨ ਆ, ਮੈਂ ਕਲਾਸ 'ਚ ਬੈਠਾ ਸੀ। ਮਾਤਾ ਮੈਨੂੰ ਉਹਦੇ ਕਿਵੇਂ ਕੀ ਚੱਲ ਰਿਹਾ? ਮੈਂ ਕਿਹਾ ਮੈਂ ਕਲਾਸ 'ਚ ਬੈਠਾ। ਉਹਨਾਂ ਨੇ ਹੈਰਾਨੀ ਜੀ ਪ੍ਰਗਟ ਕੀਤੀ ਵੀ ਇਸ ਉਮਰ 'ਚ ਕਲਾਸ 'ਚ ਹੁਣ ਕਿਵੇਂ? ਮੈਂ ਕਿਹਾ ਹਾਂ ਮੈਨੂੰ ਪੜ੍ਹਨਾ ਪੈਣਾ ਥੋੜ੍ਹਾ ਬਹੁਤ, ਉਹ ਪੜ੍ਹ ਰਿਹਾ। ਤੇ ਕਹਿੰਦੇ ਤੈਨੂੰ ਸੰਗ ਨਹੀਂ ਆਉਂਦੀ ਜਵਾਕਾਂ 'ਚ ਬੈਠੇ ਨੂੰ? ਮੈਂ ਕਿਹਾ ਨਹੀਂ ਮਾਤਾ, ਮੈਂ ਤੁਹਾਨੂੰ ਜੇ ਹੁਣ ਦੱਸ ਦਿਆਂ ਨਾ ਵੀ ਮੇਰੇ ਸਾਹਮਣੀ ਚੇਅਰ 'ਤੇ ਇੱਕ ਬੇਬੇ ਬੈਠੀ ਆ, ਉਹਦੀ ਉਮਰ 80 ਸਾਲ ਆ, ਇੱਧਰ ਮੇਰੇ ਇੱਕ ਬਾਬਾ ਜੀ ਬੈਠੇ, ਉਹਨਾਂ ਦੀ ਉਮਰ 70 ਸਾਲ ਆ। ਮੈਂ ਕਿਹਾ ਵੀ ਮੈਂ ਹੀ ਸਾਰਿਆਂ ਤੋਂ ਛੋਟਾ ਇਹਨਾਂ 'ਚ। ਉਹ ਕਹਿੰਦੀ ਕਮਾਲ ਹੈ, ਇਹੋ ਜਿਹੀ ਕਲਾਸ ਆ ਜਿਹੜੀ ਤੂੰ ਪੜ੍ਹਨ ਲੱਗਿਆ। ਪਰ ਉੱਥੋਂ ਜਾ ਕੇ ਪਤਾ ਲੱਗਿਆ ਵੀ ਪੜ੍ਹਨ ਦੀ ਕੋਈ ਉਮਰ ਨਹੀਂ, ਸਿੱਖਣ ਦੀ ਕੋਈ ਉਮਰ ਨਹੀਂ। ਭਾਵੇਂ ਅਸੀਂ ਇੱਥੇ ਸਿੱਖ ਹਾਂ, ਆਪਦੇ ਆਪ ਨੂੰ ਸਿੱਖ ਕਹਾਉਣੇ ਆ, ਸਾਨੂੰ ਸਿੱਖ ਦਾ ਫਲਸਫਾ ਸਮਝਾਇਆ ਜਾਂਦਾ, ਦੱਸਿਆ ਜਾਂਦਾ, ਪਰ ਅਸਲ ਸਿੱਖ ਤਾਂ ਉਹ ਆ ਲੋਕ ਆ ਵੀ ਸਿੱਖਣਾ ਕਿਵੇਂ ਆ ਤੇ ਕਦੋਂ ਸਿੱਖਣਾ। ਤੇ ਉਹਨਾਂ ਨੂੰ ਸਿੱਖਦਾ ਦੇਖ ਕੇ ਮੈਂ ਜੀ ਪੜ੍ਹਿਆ। ਪੜ੍ਹ ਕੇ ਮੈਂ ਸਭ ਤੋਂ ਪਹਿਲਾਂ ਆਪਦੀ ਚੰਗੀ ਨੌਕਰੀ, ਉੱਥੋਂ ਦੀ ਵਾਈਨਰੀ ਸੀ, ਸਭ ਤੋਂ ਵੱਡੀ ਵਾਈਨਰੀ ਜਿਹ 'ਚ ਕੋਈ ਕਦੇ ਇੰਡੀਅਨ ਨੂੰ ਜੋਬ ਨਹੀਂ ਮਿਲੀ ਸੀ, ਤੇ ਮੈਂ ਉੱਥੇ ਪਹਿਲਾ ਪੰਜਾਬੀ ਬਣਿਆ ਜੋਬ ਹਾਸਲ ਕਰਨ ਵਾਲਾ ਆਪਦੀ ਪੜ੍ਹਾਈ ਦੇ ਜ਼ੋਰ 'ਤੇ। ਫਿਰ ਮੈਂ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਤੁਹਾਡੇ ਪੈਰ ਲੱਗ ਜਾਣ, ਰੋਟੀ ਚੱਲਣ ਲੱਗ ਜੇ, ਤੁਹਾਡਾ ਮੀਟਰ ਸਿੱਧਾ ਘੁੰਮਣ ਲੱਗ ਜੇ, ਤਾਂ ਜਿਹੜਾ ਮੇਰੇ ਵਰਗਾ ਬੰਦਾ ਹੁੰਦਾ ਜਿਹਨੂੰ ਹੁੰਦਾ ਮੈਂ ਕੁਛ ਕਰਾਂ ਸਮਾਜ ਲਈ, ਤਾਂ ਫਿਰ ਮੈਂ ਸ਼ੁਰੂਆਤ ਕੀਤੀ ਜੀ ਕਿਵੇਂ ਨਾ ਕਿਵੇਂ ਹੈਲਪ ਕਰਾਂ। ਲੋਕਾਂ ਦੀ ਹੈਲਪਲਾਈਨ ਖੋਲ੍ਹੀ। ਉਹ ਹੈਲਪਲਾਈਨ ਦੇ ਉੱਤੇ ਮੈਂ ਨੰਬਰ ਦਿੱਤਾ, ਲੋਕਾਂ ਦਾ ਪਤਾ ਲੱਗਦਾ ਸੀ, ਲੋਕ ਰੋਂਦੇ ਸੀ, ਏਅਰਪੋਰਟ ਤੋਂ ਲੈਣ ਨਹੀਂ ਆਉਂਦਾ ਸੀ, ਕਿਸੇ ਨੂੰ ਕੁਛ ਸੀ, ਕਿਵੇਂ ਸੀ। ਮੈਂ ਸਭ ਨੂੰ ਕਿਹਾ ਵੀ ਮੈਨੂੰ ਇੱਕ ਮਿਸ ਕਾਲ ਕਰੋ, ਮੈਂ ਤੁਹਾਡੀ ਸਪੋਰਟ ਕਰੂੰਗਾ। ਉਹ ਇੱਕ ਚੇਨ ਬਣਦੀ ਗਈ, ਤੇ ਉਹ ਜੁੜਦੇ ਰਹੇ। ਫਿਰ ਮੈਂ ਉਹਨਾਂ ਚੀਜ਼ਾਂ ਨੂੰ ਲਿਖਣਾ ਸ਼ੁਰੂ ਕਰਤਾ, ਕਿਉਂਕਿ ਲੇਖਣ ਮੇਰਾ ਪਹਿਲਾਂ ਦਾ ਸ਼ੌਕ ਸੀ ਜੀ। ਉਹ ਲਿਖਦਾ ਗਿਆ, ਹਾਦਸੇ ਵਾਪਰਦੇ ਗਏ, ਉਹਨਾਂ ਤੇ ਮੈਂ ਜੋ ਸੱਚ ਸੀ ਉਹ ਲਿਖਦਾ ਗਿਆ, ਦੁਨੀਆ ਉਹਨੂੰ ਪ੍ਰਵਾਨ ਕਰਦੀ ਗਈ। ਲਿਖਦੇ ਲਿਖਦੇ ਫਿਰ ਮੈਨੂੰ ਇਵੇਂ ਮੇਰਾ ਵਾਹ ਵਾਸਤਾ ਅਮਨਦੀਪ ਸਿੱਧੂ ਹੋਰਾਂ ਨਾਲ ਪਿਆ। ਉਹ ਹਰਮਨ ਰੇਡੀਓ ਪਹਿਲਾਂ ਚਲਾਉਂਦੇ ਸੀ, ਪਰ ਉਹ ਕਿਸੇ ਕਾਰਨ ਬੰਦ ਸੀ। ਉਹ ਆਦੇ ਆਪਾਂ ਦੁਬਾਰਾ ਕਰੀਏ ਇਹਨੂੰ ਸਟਾਰਟ। ਮੈਂ ਕਿਹਾ ਚਲੋ ਜੀ, ਉਹ ਕਰ ਲਿਆ ਸਟਾਰਟ। ਉਹਦੇ 'ਤੇ ਮੈਂ ਲਗਾਤਾਰ 8-9 ਸਾਲ 10 ਸਾਲਾਂ ਵਾਂਗੂ ਹੀ ਡੇਲੀ 6 ਦਿਨ ਜਾਣੀ ਕਿ ਹਫ਼ਤੇ 'ਚ ਮਾਰਨਿੰਗ ਸ਼ੋਅ ਕੀਤਾ, ਜਿਹੜਾ ਕਿ ਬਹੁਤ ਜ਼ਿਆਦਾ ਪਾਪੂਲਰ ਹੋਇਆ ਲਹਿਰਾਂ ਦੇ ਨਾਂ 'ਤੇ। ਲੋਕਾਂ ਨੇ ਟੈਕਸੀਆਂ ਵਾਲੇ ਸਵਾਰੀਆਂ ਨਹੀਂ ਚੱਕਦੇ ਹੁੰਦੇ ਸੀ, ਕਹਿੰਦੇ ਸੀ ਅਸੀਂ ਹੁਣ ਸ਼ੋਅ ਸੁਣਾਂਗੇ, ਵੀ ਇੰਨਾ ਪਾਪੂਲਰ ਸ਼ੋਅ ਸੀ ਉੱਥੇ। ਗੁੱਡ। ਫਿਰ ਉਸ ਤੋਂ ਬਾਅਦ ਸਾਨੂੰ ਇਹ ਲੱਗਿਆ ਵੀ ਪ੍ਰਿੰਟ ਮੀਡੀਆ 'ਚ ਆਉਣਾ ਚਾਹੀਦਾ। ਫਿਰ 2013 'ਚ ਅਸੀਂ ਅਖਬਾਰ ਕੱਢ ਲਿਆ। ਅਖਬਾਰ ਦਾ ਨਾਂ ਹੀ ਪੰਜਾਬੀ ਅਖਬਾਰ ਰੱਖਿਆ, ਉਹ ਪਾਪੂਲਰ ਹੋਇਆ, ਅੱਜ ਤੱਕ ਚੱਲ ਰਿਹਾ ਜੀ। ਫਿਰ ਉਸ ਤੋਂ 14 'ਚ ਆ ਕੇ ਅਸੀਂ ਪੇਂਡੂ ਆਸਟ੍ਰੇਲੀਆ ਚੈਨਲ, ਸਾਨੂੰ ਲੱਗਿਆ ਵਿਜ਼ੂਅਲ ਦਾ ਜ਼ਮਾਨਾ, ਤੇ ਕਿਉਂ ਨਾ ਅਸੀਂ ਇੱਕ ਚੈਨਲ ਬਣਾਈਏ ਜਿਹਦੇ 'ਤੇ ਦਿਖਾਈਏ ਲੋਕਾਂ ਨੂੰ। ਤੇ ਪੇਂਡੂ ਆਸਟ੍ਰੇਲੀਆ ਦੇ ਨਾਂ 'ਤੇ ਇੱਕ ਚੈਨਲ ਬਣਾਇਆ, ਜਿਹ 'ਚ ਅਸੀਂ ਪਿੰਡਾਂ 'ਚ ਵਸਦਾ ਆਸਟ੍ਰੇਲੀਆ ਦਿਖਾਉਣਾ ਸ਼ੁਰੂ ਕੀਤਾ। ਲੋਕਾਂ ਨੇ ਪਸੰਦ ਕੀਤਾ। ਫਿਰ ਅਸੀਂ ਨਿਊਜ਼ੀਲੈਂਡ ਗਏ, ਅਮਰੀਕਾ ਗਏ, ਕੈਨੇਡਾ ਗਏ, ਪਾਕਿਸਤਾਨ, ਸਾਰੇ ਮੁਲਕਾਂ 'ਚ ਘੁੰਮੇ, ਤੇ ਉੱਥੋਂ ਬਣਾਇਆ। ਤੇ ਉਹਦੇ ਨਾਲ ਸਾਡੇ ਕੋਲੇ ਹੁਣ ਇਸ ਟਾਈਮ 21 ਮਿਲੀਅਨ ਦੇ ਨੇੜੇ ਉਹਦੇ 'ਤੇ ਫੋਲੋਅਰ ਹੋ ਗਏ। 21 ਲੱਖ 21 ਮਿਲੀਅਨ ਜੀ, ਨਾਟ 21 ਲੱਖ, 2 ਕਰੋੜ ਦਾ। 2 ਕਰੋੜ ਹਾਂਜੀ, ਉਹਦੇ 'ਤੇ ਹੁਣ ਉਹ ਫੋਲੋਅਰ ਹੈਗੇ ਉਸ ਚੈਨਲ ਦੇ ਉੱਤੇ। ਤੇ ਉਸ ਜ਼ਰੀਏ ਅਸੀਂ ਸਾਡਾ ਬਸ ਥੋੜ੍ਹਾ ਜਿਹਾ ਅਸੀਂ ਮਿਆਰ ਰੱਖਿਆ। ਇੱਕ ਚੀਜ਼ ਮੈਂ ਇਹ ਜਾਣਨਾ ਚਾਹੁੰਦਾ, ਹਾਂ ਤੁਸੀਂ ਮਿਆਰ ਰੱਖਿਆ ਜੀ। ਉਸ ਮਿਆਰ ਦੇ ਵਿੱਚ ਅਸੀਂ ਕਦੇ ਇਹ ਨਹੀਂ ਕੀਤਾ ਵੀ ਕਿਸੇ ਨਾ ਹਲਕਾ ਟਾਈਟਲ ਪਾਇਆ ਉਹਦਾ, ਵੀ ਦੇਖੋ ਕਿਉਂ ਹੋਇਆ, ਕਿਵੇਂ ਹੋਇਆ, ਕਾਹਤੋਂ ਹੋਇਆ, ਇਹ ਜੀ ਕੋਈ ਚੀਜ਼ ਨਹੀਂ ਪਾਈ। ਜੋ ਦੇਖਿਆ ਸੋ ਦਿਖਾਇਆ, ਉਹਦਾ ਨਾਅਰਾ ਰੱਖਿਆ। ਜੋ ਸੁਣਿਆ ਸੋ ਸੁਣਾਇਆ। ਅਸੀਂ ਉਸ ਤੋਂ ਬਾਹਰ ਨਹੀਂ ਗਏ, ਆਪਦੇ ਬੰਨਿਓ ਕੋਈ ਚੀਜ਼ ਨਹੀਂ ਉਹ 'ਚ ਜੋੜੀ, ਕੋਈ ਉਹਦੇ 'ਚ ਡਾਇਲੌਗ ਨਹੀਂ, ਕੋਈ ਉਹਦੀ ਸਕ੍ਰਿਪਟ ਨਹੀਂ, ਕੋਈ ਉਹਦਾ ਮੇਕਅਪ ਨਹੀਂ। ਜੋ ਹੈ ਉਹ ਰਿਐਲਿਟੀ ਸ਼ੋਅ ਆ, ਤੇ ਉਸ ਨੇ ਲੋਕਾਂ 'ਚ ਸਾਡੀ ਥਾਂ ਬਣਾ ਦਿੱਤੀ। ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਇਹ ਜਿਹੜਾ ਚੈਨਲ ਹੈ ਡਿਸ਼ ਦੇ ਉੱਤੇ ਅਵੇਲੇਬਲ ਹੈ ਜਾਂ YouTube ਚੈਨਲ ਹੈ? ਇਹ YouTube ਚੈਨਲ ਹੈ ਜੀ, ਕਿਉਂਕਿ ਅਸੀਂ ਕਰਦੇ ਹਾਂ ਸਾਰਾ ਵਲੰਟੀਅਰ ਕੰਮ। ਡਿਸ਼ ਦੇ ਉੱਤੇ ਜਾਣ ਲਈ ਹੋਰ ਲਈ ਬਹੁਤ ਵੱਡੇ ਬਜਟ ਚਾਹੀਦੇ ਆ, ਬਹੁਤ ਵੱਡੀਆਂ ਟੀਮਾਂ ਚਾਹੀਦੀਆਂ। ਸਾਡੇ ਕੋਲੇ ਉਹ ਨਹੀਂ। ਅਸੀਂ ਗਿਣਤੀ ਦੇ, ਮੈਂ ਤੇ ਮਨਪ੍ਰੀਤ ਸਿੰਘ ਢੀਂਡਸਾ ਅੱਜ ਕੱਲ੍ਹ ਅਮਰੀਕਾ ਰਹਿੰਦਾ ਸੀ, ਸ਼ੁਰੂ ਕੀਤਾ ਸੀ। ਫਿਰ ਹੌਲੀ ਹੌਲੀ ਸੱਜਣ ਮਿੱਤਰ ਜੁੜਦੇ ਗਏ, ਤੇ ਹੁਣ ਵਲੰਟੀਅਰ ਸਭ ਲੋਕ ਕੰਮ ਕਰਦੇ ਆ। ਤੇ ਵਲੰਟੀਅਰ ਇਹਦੇ 'ਚ ਕੋਈ ਪੇਡ ਨਹੀਂ ਹੈ। ਤੇ ਜੇ ਮੇਰਾ ਕੰਮ ਆ ਸ਼ੂਟ ਕਰਨਾ, ਉਹਨਾਂ ਦਾ ਕੰਮ ਆ ਆਫਟਰ ਜਿਹੜੀ ਪੋਸਟ ਦਾ ਕੰਮ ਹੁੰਦਾ ਉਹ ਕਰਨਾ। ਓਕੇ, ਤੁਸੀਂ ਹੁਣ ਉੱਥੇ ਜਾ ਕੇ ਕੰਮ ਕਰ ਰਹੇ ਹੋ ਜੀ। ਇੱਕ ਬੰਦਾ, ਇੱਕ ਕਲਾਕਾਰ ਚਾਹੁੰਦਾ ਕਿ ਲੋਕ ਨੂੰ ਪਛਾਣਨ ਜੀ,
ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਲੋਕ ਪਛਾਣਦੇ ਨੇ ਕਿ ਇਹ ਮਿੰਟੂ ਬਰਾੜ ਨਾਂ ਦਾ ਇੱਕ ਬੰਦਾ ਹੈ? ਬਿਲਕੁਲ ਜੀ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਇਹ ਸਾਡੇ ਨਾ ਅਸਲ 'ਚ ਮੈਂ ਕਈ ਵਾਰੀ ਸੁਣਾਉਣਾ ਨਾਮ ਕਹਿ ਦਿੰਦੇ ਵੀ ਫਲਾਨਾ ਜਗਤ ਪ੍ਰਸਿੱਧ ਆ, ਵੀ ਫਲਾਨਾ ਬੰਦਾ ਜਗਤ ਪ੍ਰਸਿੱਧ ਹੋ ਗਿਆ। ਵੈਸੇ ਤਾਂ ਇਹ ਸੱਚ ਹੈ, ਇਹਦੇ ਦੋ ਪੱਖ ਆ। ਜਗਤ ਪ੍ਰਸਿੱਧ ਆਪੇ ਹੋ ਜਾਂਦੇ ਹੁਣ, ਜੋ 70-80 ਕੰਟਰੀਆਂ 'ਚ ਲੋਕ ਰਹਿੰਦੇ ਆ ਤੇ ਜਗਤ ਜੀ ਹੋ ਗਏ। ਪਰ ਜਗਤ ਪ੍ਰਸਿੱਧ ਦੇ ਮਾਇਨੇ ਹੋਰ ਆ। ਜਗਤ ਪ੍ਰਸਿੱਧ ਦੇ ਮਾਇਨੇ ਤਾਂ ਇਹ ਆ ਵੀ ਜੇ ਸਚਿਨ ਤੰਦੂਲਕਰ ਦਾ ਨਾਂ ਲੈਂਦੇ ਆ ਤੇ ਉਹਨੂੰ ਵੀ ਸ਼ਾਇਦ ਬਹੁਤ ਸਾਰੇ ਲੋਕ ਸਿਰ ਮਾਰਦੇ ਨੇ ਵੀ ਨਹੀਂ ਅਸੀਂ ਨਹੀਂ ਜਾਣਦੇ, ਠੀਕ ਆ, ਬਹੁਤੇ ਨਹੀਂ ਜਾਣਦੇ। ਸੋ ਇਦਾਂ ਨਹੀਂ ਹੁੰਦਾ ਜੀ। ਆਸਟ੍ਰੇਲੀਆ ਦੇ ਵਿੱਚ ਜੇ ਮੈਂ ਕਹਾਂ ਵੀ ਮੈਂ ਸਾਰੀ ਦੁਨੀਆ ਹੀ ਮੈਨੂੰ ਜਾਣਦੀ ਆ, ਹਾਂ, ਵੱਡਾ ਪੱਧਰ ਜੋ ਸੋਸ਼ਲ ਵਰਕ ਨਾਲ ਜੁੜਿਆ ਹੋਇਆ, ਕਿਸੇ ਸੋਸ਼ਲ ਕੰਮ ਨਾਲ ਜੁੜਿਆ, ਅਖਬਾਰ ਪੜ੍ਹਦਾ, ਰੇਡੀਓ ਸੁਣਦਾ, YouTube ਦੇਖਦਾ, ਜਾਂ ਗੁਰੂ ਘਰਾਂ 'ਚ ਕਿਤੇ ਆ, ਜਾਂ ਪੰਜਾਬੀ ਮਾਂ ਬੋਲੀ ਨਾਲ ਕੋਈ ਸਮਰਪਿਤ ਆ, ਜਾਂ ਕੋਈ ਵੀ ਅਦਾਰੇ ਆ ਵੱਡੇ, ਉਹ ਤਕਰੀਬਨ ਉਹਨਾਂ 'ਚ ਮੇਰਾ ਜਿੰਨਾ ਕੁ ਇੱਕ ਆਪਦਾ ਸਪੇਸ ਬਣਿਆ ਹੋਇਆ। ਓਕੇ, ਤੇ ਉੱਥੇ ਤੁਸੀਂ ਰਹਿੰਦੇ ਹੋ, ਇੱਕ ਤੁਹਾਡੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਹੋਏਗੀ ਉਹ ਤੁਹਾਨੂੰ ਸਾਰੇ ਜਾਣਦੀ ਹੋਏਗੀ, ਕਿਉਂਕਿ ਅਸੀਂ ਪੰਜਾਬੀ ਹਰ ਥਾਂ ਤੇ ਵਸਦੇ ਇੱਕ ਦੂਜੇ ਨੂੰ ਜਾਣਦੇ ਹਾਂ। ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਕੋਈ ਤੁਹਾਨੂੰ ਸਨਮਾਨਿਤ ਕੀਤਾ ਗਿਆ? ਬਿਲਕੁਲ ਜੀ, ਟਾਈਮ ਟੂ ਟਾਈਮ ਬਹੁਤ ਵਾਰੀ ਇਹ ਹੋਇਆ, ਪਰ ਜੇ ਮੈਂ ਇੱਥੇ ਜ਼ਿਕਰ ਕਰਾਂ ਤਾਂ ਵੱਡਾ ਤਾਂ ਗਵਰਨਰ ਅਵਾਰਡ ਦਾ, ਮਲਟੀਕਲਚਰਲ ਗਵਰਨਰ ਅਵਾਰਡ। ਉਹ ਮੁਲਕ ਇੱਕ ਮਲਟੀਕਲਚਰਲ ਮੁਲਕ ਆ। ਸਾਨੂੰ ਇਹ ਪਹਿਲਾਂ ਤਾਂ ਦਿਮਾਗ 'ਚ ਨਾ ਆਸਟ੍ਰੇਲੀਆ ਦੇ ਮਾਮਲੇ 'ਚ ਲੋਕਾਂ ਨੂੰ ਐਂ ਲੱਗਦਾ ਗੋਰਿਆਂ ਦਾ ਮੁਲਕ, ਉਹ ਗੋਰਿਆਂ ਦਾ ਮੁਲਕ ਨਹੀਂ ਹੈ ਜੀ। ਉੱਥੋਂ ਦੇ ਜਿਹੜੇ ਮੂਲ ਨਿਵਾਸੀ ਉਹ ਗੋਰੇ ਨਹੀਂ ਹਨ। ਉਹਨਾਂ ਦੇ ਜਿਹੜੇ ਮੂਲ ਨਿਵਾਸੀ ਸੀ ਓਰੀਜਨਲ, ਉਹ ਤਾਂ ਸਾਡੇ ਤੋਂ ਘਟ ਗਏ। ਹੁਣ ਇੰਡੀਅਨ ਵੱਧ ਗਏ, ਪੰਜਾਬੀ ਵੱਧ ਗਏ। ਅੱਛਾ, ਅਸੀਂ 1.5-2% ਹੋ ਗਏ ਉੱਥੋਂ ਦੀ ਆਬਾਦੀ 'ਚ, ਤੇ ਉਹ ਅਜੇ 1.5 ਤੋਂ ਘਟਦੇ ਜਾਂਦੇ ਆ, ਕਿਉਂਕਿ ਉਹਨਾਂ ਦਾ ਪਹਿਲਾਂ ਵੀ ਬਹੁਤ ਜ਼ਿਆਦਾ ਜੈਨੋਸਾਈਡ ਹੋਇਆ ਤੇ ਉਹਨਾਂ ਦੇ ਨਾਲ ਮਾੜਾ ਵਤੀਰਾ ਹੋਇਆ। ਪਿੱਛੇ ਜੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਉਹਨਾਂ ਤੋਂ ਤੇ ਉਹਨਾਂ ਨੂੰ ਥੋੜ੍ਹੀ ਜੀ, ਪਰ ਉਹਨਾਂ ਦਾ ਲਾਈਫ ਸਟਾਈਲ ਆ ਜਿਹੜਾ ਉਹ ਅੱਗੇ ਵਧਣ ਵਾਲਾ ਨਹੀਂ ਹੈਗਾ। ਉਹ ਐਸ਼ ਦੇ ਵਿੱਚ ਚਲੇ ਗਏ ਤੇ ਖਤਮ ਹੋ ਰਹੀ ਆ ਉਹ ਪੀੜ੍ਹੀ। ਉਹਨਾਂ ਨੇ ਆਪਦੀ ਭਾਸ਼ਾ ਨਹੀਂ ਸਾਂਭੀ, ਖਤਮ ਹੋ ਰਹੀ ਆ। ਆਸਟ੍ਰੇਲੀਆ ਮਲਟੀਕਲਚਰਲ ਮੁਲਕ ਆ। ਉੱਥੇ 70 ਮੁਲਕਾਂ ਦੇ ਲੋਕ ਤਾਂ ਘੱਟੋ ਘੱਟ ਵੱਸਦੇ ਆ। ਉੱਥੇ ਅਣਗਿਣਤ ਭਾਸ਼ਾਵਾਂ, ਉਹ 'ਚੋਂ ਪੰਜਾਬੀ ਭਾਸ਼ਾ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋਣ ਵਾਲੀ ਭਾਸ਼ਾ, ਜਿਹੜੀ ਕਿ 5ਵੇਂ ਨੰਬਰ 'ਤੇ ਆ ਗਈ ਹੈ ਇਸ ਪਿਛਲੇ ਸੈਂਸਸ ਦੇ ਵਿੱਚ, ਜਨਗਣਨਾ ਦੀ ਜੇ ਗੱਲ ਕਰੀਏ ਤਾਂ। ਉਹ ਪੰਜਾਬੀ ਭਾਸ਼ਾ ਦੇ ਜਿਹੜੇ ਅਸੀਂ ਕੰਮ ਕਰਦੇ ਹਾਂ ਤਾਂ ਮਲਟੀਕਲਚਰਲ ਗਵਰਨਰ ਅਵਾਰਡ ਹਰ ਸਾਲ ਜਦੋਂ ਦਿੱਤੇ ਜਾਂਦੇ ਆ, ਤਾਂ ਉਹਦੇ 'ਚ ਦੇਖਿਆ ਜਾਂਦਾ ਵੀ ਕਿਹੜੇ ਬੰਦੇ ਨੇ ਕਿਹੜੀ ਭਾਈਚਾਰੇ 'ਚ ਕਿੰਨਾ ਕੰਮ ਕੀਤਾ। ਤੇ ਉਹਨਾਂ ਦੇ ਵਿੱਚ ਜਦੋਂ ਮੈਂ ਕੰਮ ਕਰਦਾ ਰਹਿਣਾ ਤੇ ਮੈਨੂੰ ਲਗਾਤਾਰ 3 ਵਾਰੀ ਜਿਹੜਾ ਮਲਟੀਕਲਚਰਲ ਗਵਰਨਰ ਅਵਾਰਡ ਦੇ ਵਿੱਚ ਰਨਰ ਅਪ ਰਹਿਣ ਦਾ ਮੌਕਾ ਮਿਲਿਆ। ਇਸ ਵਾਰ ਫਿਰ ਮੈਨੂੰ ਨੋਮੀਨੇਸ਼ਨ ਉਹਨਾਂ ਨੇ ਭੇਜੀ ਹੋਈ ਆ ਵੀ ਤੇਰੇ ਕੰਮ ਹੀ ਇੰਨੇ ਆ ਵੀ ਤੈਨੂੰ ਨੋਮੀਨੇਟ ਕਰਨਾ ਚਾਹੀਦਾ ਸਾਨੂੰ। ਸੋ ਕਿਤੇ ਨਾ ਕਿਤੇ ਰਨਰ ਅਪ ਤੋਂ ਮਤਲਬ ਵੀ ਹੋ ਜਾਣਗੇ। ਰਨਰ ਅਪ ਰਹੇ ਹੋ, ਹਜੇ ਤੁਹਾਨੂੰ ਟਰੋਫੀ ਨਹੀਂ ਮਿਲੀ? ਜੀ ਨਹੀਂ, ਰਨਰ ਅਪ ਦੀ ਵੀ ਟਰੋਫੀ ਮਿਲਦੀ ਆ, ਉਹ ਵੀ ਬਹੁਤ ਵੱਡਾ ਉਹਦਾ, ਪਰ ਫਿਰ ਵੀ ਵਿਨਰ ਦੀ ਵੀ ਕੋਈ ਦੂਰ ਨਹੀਂ ਹੈਗੀ। ਜੀ ਮਿੰਟੂ ਜੀ, ਇੱਕ ਗੀਤ ਹੋ ਜਾਏ, ਕਿਉਂਕਿ ਤੁਸੀਂ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਆਏ ਹੋ ਸਾਨੂੰ ਮਿਲਣ ਵਾਸਤੇ। ਬਿਲਕੁਲ ਜੀ, ਬਿਲਕੁਲ। ਇੱਕ ਗੀਤ ਹੋਵੇ ਪੰਜਾਬ ਦਾ, ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਆਸਟ੍ਰੇਲੀਆ ਦੀ। ਲਓ ਜੀ, ਇਸ ਗੀਤ ਦਾ ਆਨੰਦ ਲਈਏ। ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ 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 ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਰੱਖਦੇ ਬਾਂਹ ਕੱਢ ਕੇ ਬੋਲੀਆਂ ਪਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ
ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਵਿਦੇਸ਼ ਜਾ ਕੇ ਕੀ ਪਾਇਆ ਤੇ ਕੀ ਗਵਾਇਆ। ਮਿੰਟੂ ਬਰਾੜ ਸਾਡੇ ਨਾਲ ਮੌਜੂਦ ਨੇ, ਆਸਟ੍ਰੇਲੀਆ ਤੋਂ ਆਏ ਨੇ। ਉਹਨਾਂ ਨਾਲ ਅਸੀਂ ਉਹਨਾਂ ਦੀ ਹੱਡ ਬੀਤੀ ਕਰ ਰਹੇ ਹਾਂ ਔਰ ਸਾਨੂੰ ਦੱਸ ਰਹੇ ਨੇ ਕਿ ਵਿਦੇਸ਼ ਜਾ ਕੇ ਕੀ ਪਾਇਆ। ਹਜੇ ਦੂਜਾ ਭਾਗ ਬਾਕੀ ਹੈ ਕਿ ਗਵਾਇਆ ਕੀ ਹੈ, ਅਸੀਂ ਉਸ ਬਾਰੇ ਵੀ ਜਾਣਾਂਗੇ। ਮਿੰਟੂ ਜੀ, ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਗੱਲਾਂ ਤੇ ਗੀਤ ਦੇ ਵਿੱਚ। ਸੋ ਤੁਸੀਂ ਉੱਥੇ ਜਾ ਕੇ ਬਹੁਤ ਪ੍ਰਾਪਤੀਆਂ ਕੀਤੀਆਂ ਨੇ, ਬੜੀਆਂ ਮੱਲਾਂ ਮਾਰੀਆਂ ਨੇ। ਇਹ ਗੱਲ ਤੁਸੀਂ ਬਿਲਕੁਲ ਨਿਸ਼ਚਿਤ ਤੌਰ ਤੇ ਕਹੀ ਕਿ ਇੱਥੇ ਰਹਿ ਕੇ ਤੁਹਾਨੂੰ ਉਹ ਮੌਕੇ ਨਹੀਂ ਮਿਲਣੇ ਸੀ ਜੋ ਤੁਹਾਨੂੰ ਆਸਟ੍ਰੇਲੀਆ ਜਾ ਕੇ ਮੌਕੇ ਮਿਲੇ। ਤੁਸੀਂ ਤਰੱਕੀ ਕਰਕੇ ਅੱਜ ਲੋਕਾਂ ਦੇ ਸਾਹਮਣੇ ਇੱਕ ਖਾਸ ਸ਼ਖਸੀਅਤ ਬਣ ਕੇ ਉੱਭਰਦੇ ਹੋ। ਤੁਸੀਂ ਰੇਡੀਓ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਅਖਬਾਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਤੁਹਾਡਾ ਆਪਣਾ ਇੱਕ ਗਰੁੱਪ ਹੈ, ਨੈਟਵਰਕ ਹੈ। ਤੁਸੀਂ ਸਾਰੇ ਮਿਲ ਕੇ ਪੂਰੀ ਦੁਨੀਆ ਦੇ ਵਿੱਚ ਆਪਣਾ ਕੰਮ ਕਰ ਰਹੇ ਹੋ, ਇੱਕ YouTube ਚੈਨਲ ਵੀ ਚਲਾ ਰਹੇ ਹੋ। ਕੋਈ ਕਿਤਾਬ ਵੀ ਲਿਖੀ? ਹਾਂਜੀ, ਮੇਰੀ ਕਿਤਾਬ 2014 ਚ ਆਈ ਸੀ, ਕੈਂਗਰੂਨਾਮਾ, ਤੇ ਉਹ ਹਲੇ ਤੱਕ ਚੱਲ ਰਹੀ ਆ। ਉਹਨੂੰ ਹੌਟ ਬੁੱਕ ਦਾ ਅਵਾਰਡ ਵੀ ਮਿਲਿਆ। ਉਹਦੇ 5 ਐਡੀਸ਼ਨ ਪੰਜਾਬੀ ਚ ਆ ਗਏ, 2 ਸ਼ਾਹਮੁਖੀ ਚ ਆ ਗਏ, ਹੁਣ ਹਿੰਦੀ ਦੇ ਵਿੱਚ ਵੀ ਉਹਦਾ ਤਰਜਮਾ ਹੋ ਰਿਹਾ। ਪਰ ਮੈਂ ਹੁਣ 2 ਹੋਰ ਕਿਤਾਬਾਂ ਮੇਰੀਆਂ ਰੈਡੀ ਟੂ ਗੋ ਆ ਜੀ, ਤੇ ਮੈਂ ਐਤਕੀ ਦੇ ਟੂਰ 'ਚ ਥੋੜ੍ਹਾ ਜਿਹਾ ਬਿਜ਼ੀ ਰਿਹਾ ਸੀ ਰਿਲੀਜ਼ ਕਰਨ ਦੀ। ਤੇ ਪਰ ਮੈਨੂੰ ਪਹਿਲੀ ਕਿਤਾਬ ਤੋਂ ਬਾਅਦ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਤਾ ਲੱਗਿਆ ਵੀ ਕਿੱਥੇ ਕਿੱਥੇ ਮੇਰੀਆਂ ਗਲਤੀਆਂ ਹੋਈਆਂ, ਕਿਉਂਕਿ ਮੈਂ ਉਸ ਕਿਤਾਬ ਦੀ ਭੂਮਿਕਾ 'ਚ ਵੀ ਲਿਖਿਆ ਸੀ ਵੀ ਇਹ ਮੇਰਾ ਊੜਾ, ਤੇ ਜੇ ਮੈਂ ਊੜਾ ਨਾ ਲਿਖੂੰਗਾ ਤਾਂ ਆੜੇ 'ਤੇ ਜਾਊਂਗਾ ਕਿਵੇਂ। ਸੋ ਊੜਾ ਲਿਖਣ ਵੇਲੇ ਮੇਰੇ ਤੋਂ ਗਲਤੀਆਂ ਹੋਣਗੀਆਂ। ਸੋ ਉਹ ਗਲਤੀਆਂ ਨੂੰ ਮੈਂ ਮੰਨਿਆ ਵੀ। ਤੇ ਹੁਣ ਮੈਂ ਜਿਹੜੀਆਂ ਅਗਲੀਆਂ ਕਿਤਾਬਾਂ ਆਉਣ ਵਾਲੀਆਂ, ਤੇ ਉਹਦੇ 'ਚ ਭਾਵੇਂ ਇਹ ਕਿਤਾਬ ਵੀ ਬਹੁਤ ਜ਼ਿਆਦਾ ਚੱਲ ਗਈ, ਮੈਨੂੰ ਉਮੀਦ ਨਹੀਂ ਸੀ ਵੀ ਇੰਨਾ ਜ਼ਿਆਦਾ ਇਹ ਕਿਤਾਬ ਨੂੰ ਪਸੰਦ ਕੀਤਾ ਜਾਊਗਾ, ਪਰ ਉਹ ਚੱਲੀ। ਤੇ ਹੁਣ ਮੈਂ ਜਿਹੜੀਆਂ ਅਗਲੀਆਂ ਕਿਤਾਬ ਦੇ ਉੱਤੇ ਕੰਮ ਕਰ ਰਿਹਾ, ਤੇ ਅਗਲੀ ਕਿਤਾਬ ਦਾ ਮੈਂ ਨਾਮਕਰਨ ਹੁਣੇ ਕਰ ਚੁੱਕਿਆ। ਥੋੜ੍ਹਾ ਚਿਰ ਅਜੀਬ ਜਿਹਾ ਨਾਂ ਰੱਖਿਆ ਉਹਦਾ। ਇਹ ਕੈਂਗਰੂਨਾਮਾ ਸੀ, ਆਸਟ੍ਰੇਲੀਆ ਦਾ ਸਿੰਬਲ ਆ ਕੈਂਗਰੂ, ਉੱਥੋਂ ਦਾ ਰਾਸ਼ਟਰੀ ਜਾਨਵਰ ਆ। ਤੇ ਅਗਲੀ ਕਿਤਾਬ ਦਾ ਨਾਂ ਲੰਗੂਰਨਾਮਾ। ਉਹ ਅਜੀਬ ਜਿਹਾ ਨਾਂ, ਹੱਸਣਗੇ ਲੋਕ, ਲੰਗੂਰਨਾਮਾ ਕੀ ਹੋਇਆ, ਪਰ ਉਹ ਕਿਤਾਬ ਪੜ੍ਹ ਕੇ ਪਤਾ ਲੱਗੂਗਾ ਕੀ ਹੋਇਆ। ਕੁਝ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਕਿਤਾਬਾਂ 'ਚੋਂ ਨਿਕਲਦੀਆਂ ਨੇ, ਕੁਝ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਜ਼ਿੰਦਗੀ ਵਿੱਚੋਂ ਨਿਕਲਦੀਆਂ ਨੇ। ਔਰ ਤੁਹਾਡੇ ਕਿਤਾਬਾਂ ਦੇ ਜਿਹੜੇ ਸਿਰਲੇਖ ਨੇ ਦੱਸਦੇ ਨੇ ਕਿ ਇਹ ਕਿਤਾਬਾਂ ਜ਼ਿੰਦਗੀ ਦੇ ਵਿੱਚੋਂ ਨਿਕਲੀਆਂ ਨੇ, ਤੁਹਾਡੀ ਹੱਡ ਬੀਤੀ ਹੈ। ਸੋ ਪੰਜਾਬੀਆਂ ਨੂੰ ਬੜਾ ਸ਼ੌਕ ਹੁੰਦਾ ਕਿ ਜਿੱਥੇ ਜਾਈਏ ਉੱਥੇ ਇੱਕ ਮਿੰਨੀ ਪੰਜਾਬ ਬਣਾ ਲਈਏ। ਕੋਈ ਮੇਲੇ ਲਾਉਂਦੇ ਹੋ ਉੱਥੇ, ਕੋਈ ਪੰਜਾਬ ਦੇ ਸੱਭਿਆਚਾਰ ਨੂੰ ਉੱਥੇ ਫੈਲਾਉਣ ਦੀ ਕੋਸ਼ਿਸ਼? ਬਹੁਤ ਵੱਡੇ ਜੀ, ਬਹੁਤ ਵੱਡੇ। ਉੱਥੇ ਜਿਹੜੇ ਆਮ ਮੇਲੇ ਦੇ ਮਸੱਬੇ ਤਾਂ ਹੁਣ ਇੱਕ ਸ਼ਹਿਰ 'ਚ ਇੰਨੇ ਲੱਗਣ ਲੱਗ ਗਏ ਵੀ ਕਈ ਵਾਰੀ ਲੋਕ ਅੱਕ ਜਾਂਦੇ ਆ ਵੀ ਹਰ ਵੀਕਐਂਡ ਹੀ ਮੇਲਾ, ਹਰ ਵੀਕਐਂਡ ਹੀ ਮੇਲਾ, ਹਰ ਵੀਕਐਂਡ ਕੋਈ ਕਲਾਕਾਰ, ਖਾਸ ਕਰਕੇ ਖਾਸ ਰੁੱਤਾਂ ਦੇ ਵਿੱਚ। ਪਰ ਜੇ ਮੈਂ ਆਪਦਾ ਦੱਸਾਂ ਇਨਵੋਲਵਮੈਂਟ, ਤਾਂ ਮੇਰੀ ਇਨਵੋਲਵਮੈਂਟ ਉੱਥੋਂ ਦੀਆਂ ਸਭ ਤੋਂ ਵੱਡੀਆਂ ਖੇਡਾਂ ਜੀ, ਸਿੱਖ ਖੇਡਾਂ ਉਹਨਾਂ ਦਾ ਨਾਂ। ਅੱਛਾ। 35 ਸਾਲ ਤੋਂ ਹੋ ਰਹੀਆਂ। ਤੇ ਉਸ ਦੇ ਵਿੱਚ ਮੈਨੂੰ 4 ਸਾਲ ਤਾਂ ਨੈਸ਼ਨਲ ਬਾਡੀ ਦੇ ਵਿੱਚ ਐਜ਼ ਏ ਇੱਕ ਕਲਚਰਲ ਤੇ ਰਿਲੀਜੀਅਸ ਦੀ ਜਿਹੜੀ ਲੀਡ ਕਰਨ ਦਾ ਮੌਕਾ ਮਿਲਿਆ। ਤੇ ਮੈਨੂੰ ਲੋਕਲ ਸਾਊਥ ਆਸਟ੍ਰੇਲੀਆ ਦੀਆਂ ਖੇਡਾਂ 'ਚ ਮੈਂ 2007 ਤੋਂ ਜਿਉਂ ਗਿਆ ਉਦੋਂ ਤੋਂ ਜੁੜਿਆ ਹੋਇਆ। 11 ਦੀਆਂ ਖੇਡਾਂ 'ਚ ਵੀ ਮੈਂ ਮੀਡੀਆ ਦਾ ਇੰਚਾਰਜ ਸੀ। 17 ਦੀਆਂ ਖੇਡਾਂ ਦੇ ਵਿੱਚ ਮੈਂ ਹਰ 6 ਸਾਲ ਬਾਅਦ ਇੱਕ ਸ਼ਹਿਰ 'ਚ ਆਉਂਦੀਆਂ। ਮੈਂ ਉਸ 'ਚ ਉਦੋਂ ਉਹਦਾ ਜਨਰਲ ਸਕੱਤਰ ਸੀ ਤੇ ਮੇਨ ਆਰਗੇਨਾਈਜ਼ਰ ਸੀਗਾ। ਤੇ ਐਤਕੀ ਦੀਆਂ ਜਿਹੜੀਆਂ ਖੇਡਾਂ ਦੇ ਵਿੱਚ ਵੀ ਮੈਂ ਹੁਣੇ ਅਸੀਂ ਨਵੀਂ ਟੀਮ ਨੂੰ ਥਾਂ ਦਿੱਤਾ, ਪਰ ਹੁਣ ਫੇਰ ਆ ਰਹੀਆਂ ਜੀ ਅਪ੍ਰੈਲ ਦੇ ਵਿੱਚ। ਹਰ ਈਸਟਰ ਦੇ ਉੱਤੇ ਹੁੰਦੀਆਂ, ਲੱਖਾਂ ਦੀ ਗਿਣਤੀ ਦੇ ਵਿੱਚੋਂ ਲੋਕ ਆਉਂਦੇ ਆ 3 ਦਿਨਾਂ ਲਈ। 3-3, 4-4 ਹਜ਼ਾਰ ਪਲੇਅਰ ਆਉਂਦਾ। 8-10 ਮੁਲਕਾਂ ਤੋਂ ਲੋਕ ਆਉਣ ਲੱਗ ਗਏ। ਪਹਿਲਾਂ ਆਸਟ੍ਰੇਲੀਆ ਦੀਆਂ ਸੀ, ਹੁਣ ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਇਹ ਸਾਰੇ ਲੋਕ ਆਉਣ ਲੱਗ ਗਏ ਉੱਥੇ। ਤੇ ਉੱਥੋਂ ਲਈ ਇੱਕ ਕੁੰਭ ਦਾ ਕੰਮ ਹੈ, ਇਹ ਬਹੁਤ ਵੱਡਾ ਕੁੰਭ ਆ। ਸੋ ਇਹੋ ਜਿਹੀਆਂ ਬਹੁਤ ਸਾਰੇ ਉਪਰਾਲੇ ਹੁੰਦੇ। ਇੱਕ ਗ੍ਰਿਫਤ ਦੇ ਵਿੱਚ ਹੁਣੇ ਅੱਜ 9-10 ਤਰੀਕ ਨੂੰ ਜਿਹੜੀਆਂ ਖੇਡਾਂ ਹੋਣੀਆਂ ਜੂਨ 'ਚ, ਉਹਨਾਂ ਨੂੰ 26 ਸਾਲ ਹੋ ਗਏ ਹੁੰਦੀਆਂ ਨੂੰ। ਸੋ ਉੱਥੇ ਜਾ ਕੇ ਜੇ ਤੁਸੀਂ ਦੇਖੋਗੇ ਤੁਹਾਨੂੰ ਯਕੀਨ ਨਹੀਂ ਆਊਗਾ ਵੀ ਇੱਦਾਂ ਵੀ ਮੇਲੇ ਲੱਗਦੇ ਆ। ਸਭ ਤੋਂ ਜਿਹੜੀ ਵੱਡੀ ਬਿਊਟੀ ਮੈਂ ਉਹਦੀ ਦੱਸਦੇ ਹਾਂ, ਉਹ ਬਿਊਟੀ ਇਹ ਹੈ ਵੀ ਜਦੋਂ ਤੁਸੀਂ ਮੇਲੇ ਦੀ ਗੱਲ ਕਰਦੇ ਹੋ ਜਾਂ ਖੇਡ ਟੂਰਨਾਮੈਂਟ ਦੀ ਗੱਲ ਕਰਦੇ ਹੋ ਜਾਂ ਕਬੱਡੀ ਦੀ ਗੱਲ ਕਰਦੇ ਹੋ, ਤੁਹਾਡੇ ਜ਼ਿਹਨ 'ਚ ਇੱਕ ਵੱਡਾ ਇਕੱਠ ਦਿੰਦਾ ਅਤੇ ਉਹਦੇ 'ਚ ਬਸ ਮਰਦ ਪ੍ਰਧਾਨ ਮਰਦ ਦਿਖਦੇ ਆ। ਆਸਟ੍ਰੇਲੀਆ 'ਚ ਇੱਦਾਂ ਨਹੀਂ। ਆਸਟ੍ਰੇਲੀਆ ਦੀਆਂ ਤੁਸੀਂ ਗੂਗਲ ਕਰਕੇ ਸਿੱਖ ਖੇਡਾਂ ਦਾ ਸ਼ਬਦ ਲਿਖ ਕੇ ਦੇਖੋ, ਅਤੇ ਫੋਟੋਆਂ 'ਤੇ ਜਾਇਓ ਉਹਦੀਆਂ, 'ਤੇ ਤੁਸੀਂ ਦੇਖੋਗੇ ਰੰਗ ਬਿਰੰਗੇ ਲੋਕ, ਜਿੰਨੇ ਬੰਦੇ ਆ ਉਨੀਆਂ ਬੀਬੀਆਂ, ਉਨੇ ਬੱਚੇ ਗਰਾਊਂਡ 'ਚ ਇਕੱਠੇ ਬਹਿ ਕੇ ਕਬੱਡੀ ਦੇਖਦੇ ਆ। ਤੇ ਇੰਨੇ ਕੁ ਸੱਭਿਅਕ ਤਰੀਕੇ ਨਾਲ ਲੱਖਾਂ ਬੰਦਾ ਆ ਕੇ ਸੱਭਿਅਕ ਤਰੀਕੇ ਨਾਲ ਖਾ ਰਿਹਾ, ਸੱਭਿਅਕ ਤਰੀਕੇ ਨਾਲ ਉੱਥੇ ਖੇਡਾਂ ਦਾ ਇੰਜੋਏ ਕਰ ਰਿਹਾ, ਬੱਚੇ ਆਪਦਾ ਇੰਜੋਏ ਕਰ ਰਹੇ ਆ। ਸੋ ਬਾ ਕਮਾਲ ਉਦਾਹਰਨ ਆ ਦੁਨੀਆ ਲਈ ਉਹ। ਮੈਂ ਕੈਨੇਡਾ ਗਿਆ ਤੇ ਕੈਨੇਡਾ ਦੀਆਂ ਖੇਡਾਂ 'ਚ ਮੈਂ ਦੇਖਿਆ ਵੀ ਇੱਕ ਵੀ ਬੀਬੀ ਉੱਥੇ ਖੇਡਾਂ 'ਚ ਨਾ। ਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਯਾਰ ਇਹ ਕੀ ਚੱਕਰ ਇੱਥੇ ਸਾਰੇ? ਕਹਿੰਦਾ ਬਾਈ ਗਾਲਾਂ ਕੱਢਦੇ ਆ, ਪੁੱਠਾ ਬੋਲਦੇ ਆ, ਬਹੁਤ ਕੁਛ, ਦਾਰੂ ਚੱਲਦੀ ਹੈ, ਨਸ਼ਾ ਚੱਲਦਾ। ਮੈਂ ਮਾਫੀ ਚਾਹੁੰਦਾ, ਨਿੰਦਾ ਨਹੀਂ, ਪਰ ਇਹ ਸੱਚ ਆ, ਸੱਚ ਤਾਂ ਕਹਿਣਾ ਹੀ ਪਊਗਾ। ਤੇ ਮੈਂ ਕਿਹਾ ਫੇਰ ਇੱਥੇ ਬੀਬੀਆਂ ਬੱਚੇ ਨਹੀਂ ਆਉਂਦੇ? ਕਹਿੰਦੇ ਡਰਦੇ ਆ ਜੀ, ਇੱਥੇ ਤਾਂ ਪੁਲਿਸ ਵਾਲੀ ਨਹੀਂ ਕੋਈ ਬੀਬੀ ਦੀ ਡਿਊਟੀ ਲੱਗਦੀ। ਇਹ ਹਾਲ ਆ ਜਿਹੜੀ ਪੁਲਿਸ ਦੀ ਜੌਬ ਕਰ ਰਹੀ ਆ। ਤੇ ਉੱਥੇ ਤੇ ਤੁਸੀਂ ਆਸਟ੍ਰੇਲੀਆ ਦੇ ਕਿਸੇ ਮੇਲੇ 'ਚ ਜਾ ਕੇ ਦੇਖੋ,
ਤੁਹਾਨੂੰ ਫੋਟੋਆਂ ਹੀ ਦੱਸ ਦੇਣੀਆਂ, ਮੇਰੇ ਕਹਿਣ ਦੀ ਲੋੜ ਨਹੀਂ ਹੈਗੀ। ਮਿੰਟੂ ਜੀ, ਮੇਲਿਆਂ ਦੀ ਗੱਲ ਹੋਈ ਹੈ, ਜੇ ਗਾਉਣ ਦਾ ਸ਼ੌਕ ਰੱਖਦੇ ਹੋ ਤਾਂ ਕੁਝ ਸਾਡੇ ਦਰਸ਼ਕਾਂ ਵਾਸਤੇ ਗੁਣਗੁਣਾ ਸਕਦੇ ਹੋ, ਸਾਨੂੰ ਚੰਗਾ ਲੱਗੂਗਾ। ਨਹੀਂ, ਮੈਂ ਜ਼ਿੰਦਗੀ 'ਚ ਗਾਇਆ ਨਹੀਂ, ਮੈਂ ਲਿਖਦਾ ਹੀ ਹਾਂ ਗੱਲਾਂ। ਮੈਂ ਲਿਖਣ ਦਾ ਜਿਵੇਂ ਜਵਾਨੀ ਵੇਲੇ ਇੱਕ ਨਾ ਹਰ ਬੰਦੇ ਦੇ ਇੱਕ ਆਉਂਦਾ ਬਲਬਲਾ ਜਾ, ਉਦੋਂ ਕਵਿਤਾ ਲਿਖਦਾ, ਉਹਨੂੰ ਵਹਿਮ ਹੋ ਜਾਂਦਾ ਮੈਂ ਕਵਿਤਾ ਤੇ ਗਾਣੇ ਲਿਖਣ ਲੱਗ ਗਿਆ। ਵਹਿਮ ਹਰੇਕ ਨੂੰ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਹਰੇਕ ਪਿਆਰ ਹੋ ਜਾਂਦਾ। ਹਾਂਜੀ ਹਾਂਜੀ, ਉਹਨੂੰ ਨਾ ਹਰ ਚੀਜ਼ 'ਚੋਂ ਪਿਆਰ ਦਿਸਣ ਲੱਗ ਜਾਂਦਾ। ਉਦੋਂ ਮੈਂ ਗਾਣੇ ਗੁਣੇ ਲਿਖੇ, 2-4 ਗਾਣੇ ਰਿਕਾਰਡ ਹੋਏ, ਪਰ 2-4 ਲਾਈਨਾਂ ਗਾ ਕੇ ਨਹੀਂ ਸੀ, ਵੈਸੇ ਬੋਲ ਕੇ ਮੈਂ ਹੁਣ ਉਹਦੇ ਕਾਬਿਲ ਹੀ ਨਹੀਂ ਰਿਹਾ ਜਿਹੜੀਆਂ ਚੀਜ਼ਾਂ ਉਦੋਂ ਲਿਖੀਆਂ। ਹੁਣ ਮੈਂ ਮੇਰੀ ਜਿਹੜੀ ਹੁਣ ਜਿਹੜਾ ਜ਼ਿਆਦਾ ਫੋਕਸ ਆ ਲਿਖਣ 'ਚ ਵੀ, ਜੇ ਮੈਂ ਗੱਲ ਕਰਾਂ, ਮੈਂ ਲਿਖਣ 'ਚ ਵੀ ਨਾ ਕਹਾਣੀ ਲਿਖਣ 'ਚ ਵਿਸ਼ਵਾਸ ਨਹੀਂ ਕਰਦਾ। ਮੇਰਾ ਇਹ ਮੰਨਣਾ ਵੀ ਜਿਹੜੀਆਂ ਕਹੀ ਨਹੀਂ ਗਈ ਗੱਲ, ਕਹਾਣੀ ਇੱਕ ਤੁਹਾਡੀ ਉਹ ਆ ਜਿਹੜੀ ਇੱਕ ਇਮੈਜਨ ਸ਼ਕਤੀ 'ਚੋਂ ਨਿਕਲ ਕੇ ਆਈ, ਉਹ 'ਚ ਕੁਛ ਹੀ ਕਰ ਦਿਓ ਤੁਸੀਂ, ਕਿਸੇ ਨੂੰ ਸ਼ਕਤੀਮਾਨ ਬਣਾ ਦਿਓ। ਮੇਰੀ ਤੁਸੀਂ ਕਿਤਾਬ ਵੀ ਪੜ੍ਹੋਗੇ, ਉਹ ਦੁਨਿਆਵੀ ਸੱਚਾਈਆਂ ਤੇ ਹੱਡ ਬੀਤੀਆਂ ਨੇ ਜਿਹੜੀਆਂ ਤੁਹਾਡੇ ਨਾਲ ਵਾਪਰਦੀਆਂ, ਦਿਨ ਬ ਦਿਨ ਮੇਰੇ ਨਾਲ ਵਾਪਰੀਆਂ। ਮੈਂ ਕੋਸ਼ਿਸ਼ ਕਰਦਾ ਉਹਨਾਂ ਖੁਦ ਦੀਆਂ ਵਾਪਰੀਆਂ ਗੱਲਾਂ ਲਿਖਾਂ, ਤੇ ਉਸ ਕਰਕੇ ਲੋਕ ਪਸੰਦ ਕਰਦੇ ਆ। ਇਹ ਮੇਰੇ ਸ਼ੋਜ਼ ਦੇ ਵਿੱਚ ਵੀ ਜੇ ਮੈਂ ਗੱਲ ਸੁਣਾਉਣਾ ਤਾਂ ਮੈਂ ਸਿਰਫ ਆਪ ਦੀ ਗੱਲ ਸੁਣਾਉਣਾ, ਮੈਂ ਕਿਸੇ ਦੀ ਗੱਲ ਇਦਾਂ ਨਹੀਂ ਸੁਣਾਉਂਦਾ। ਮੈਨੂੰ ਲੱਗਦਾ ਵੀ ਮੈਂ ਉਹਨੂੰ ਇਨਸਾਫ ਨਹੀਂ ਕਰ ਪਾਊਂਗਾ, ਉਹਦੀ ਗੱਲ ਜੇ ਉਹ ਆਪ ਹੀ ਸੁਣਾਵੇ ਤਾਂ ਜ਼ਿਆਦਾ ਬੈਟਰ ਆ। ਤੁਸੀਂ ਗੱਲ ਕਰ ਰਹੇ ਹੋ ਨਾ, ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਜਿਵੇਂ ਕਿਸੇ ਫਿਲਮ ਦੇ ਡਾਇਲੌਗ ਚੱਲਦੇ ਪਏ ਨੇ। ਬੜੇ ਡੂੰਘੇ ਇਨਸਾਨ ਹੋ ਤੁਸੀਂ। ਕਿਹੜੇ ਪਿੰਡ ਤੋਂ? ਇੱਥੋਂ ਮੇਰਾ ਪਿੰਡ ਦੇਸੂ ਮਲਕਾਣਾ ਜੀ। ਇਹ ਹਰਿਆਣਾ ਦਾ ਲਾਸਟ ਪਿੰਡ ਆ, ਜਿੱਥੇ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਲੱਗੀ ਆ, ਬਿਲਕੁਲ ਉਹਦੇ ਨਾਲ ਆ। ਤੇ ਕਾਲਿਆਂ ਵਾਲੀ ਮੰਡੀ 'ਚ ਮੇਰੀ ਰਿਹਾਇਸ਼ ਆ, ਜਿਹੜੀ ਸਰਸੇ ਡਿਸਟ੍ਰਿਕਟ ਦੀ ਮੰਡੀ ਆ। ਅਸੀਂ ਪੰਜਾਬੀ ਬੋਲਦਾ ਇਲਾਕਾ, ਪੰਜਾਬ ਦਾ ਮੋਹ ਆ, ਪੰਜਾਬ 'ਚ ਹੀ ਪੜ੍ਹੇ। ਪੰਜਾਬ ਉੱਥੇ ਵੀ ਅਸੀਂ ਆਪਦੇ ਆਪ ਨੂੰ ਬਠਿੰਡੇ ਦੇ ਕਹਿ ਕੇ ਕਹਿੰਦੇ ਆ ਵੀ ਬਠਿੰਡੇ ਨਾਲ ਸੰਬੰਧਿਤ ਹੈ, ਕਿਉਂ ਪੜ੍ਹਿਆ ਬਠਿੰਡੇ, ਰਿਹਾ ਬਠਿੰਡੇ ਜ਼ਿਆਦਾ, ਤੇ ਇਸ ਕਰਕੇ। ਪਰ ਹਾਂ, ਅਸੀਂ ਉਹ ਸੰਤਾਪ ਭੋਗਿਆ ਜਿਹੜਾ ਲੋਕਾਂ ਨੇ 47 ਵੇਲੇ ਭੋਗਿਆ, ਅਸੀਂ 66 ਵੇਲੇ ਭੋਗਿਆ ਮਾਂ ਬੋਲੀ ਦਾ, ਜਿਹੜਾ ਸਾਨੂੰ ਹਿੰਦੀ ਮੀਡੀਅਮ 'ਚ ਜਾਣਾ ਪਿਆ। ਅਸੀਂ ਅੱਜ ਵੀ ਖੁਸ਼ ਨਹੀਂ ਹੈ। ਹਾਲਾਂਕਿ ਹਰਿਆਣਾ ਗੌਰਮੈਂਟ ਸਾਨੂੰ ਬਹੁਤ ਕੁਝ ਦੇ ਰਹੀ ਆ, ਪੰਜਾਬ ਨਾਲੋਂ ਵੱਧ ਕੀ ਆ, ਉਹਦੇ ਕੋਲ ਪੈਸਾ ਹੈਗਾ, ਉਹ ਕਰਜ਼ਾਊ ਨਹੀਂ ਹੈ। ਪਰ ਨਹੀਂ, ਸਾਡਾ ਪੰਜਾਬ ਹੀ ਸਾਨੂੰ ਚੰਗਾ ਲੱਗਦਾ, ਪਤਾ ਨਹੀਂ ਕਿਉਂ। ਸੋ 2007 ਤੋਂ ਆਸਟ੍ਰੇਲੀਆ ਦੇ ਵਿੱਚ ਬੈਠੇ ਹੋ, ਆਪਣੇ ਪਿੰਡ ਵਾਸਤੇ ਕੀ ਕਰਦੇ ਪਏ ਹੋ? ਦੇਖੋ, ਪਿੰਡ ਵਾਸਤੇ ਜਿਹੜਾ ਸਾਡਾ ਪਿਛੋਕੜ ਜਦੋਂ ਜੁੜਦਾ ਸੀ, ਉਹਨੂੰ ਟੁੱਟ ਨਹੀਂ ਸਕਦੇ। ਸਾਨੂੰ ਜੋ ਕੁਝ ਕਰਾਂਗੇ ਨਾ, ਜੇ ਕਿਤੇ ਭਲਾ ਮੰਗਾਂਗੇ ਜਾਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ, ਪਿੰਡ ਮੂਹਰੇ ਆ ਕੇ ਖੜ ਜੂਗਾ, ਤੁਹਾਡਾ ਏਰੀਆ ਮੂਹਰੇ ਆ ਕੇ ਖੜ ਜੂਗਾ। ਹੁਣ ਸਾਡੇ ਏਰੀਏ ਦੇ ਵਿੱਚ ਜਦੋਂ ਮੈਂ ਗਿਆ, ਅਸੀਂ 96 ਦੇ ਵਿੱਚ 1-4 ਮਿੱਤਰਾਂ ਪਿਆਰਿਆਂ ਨੇ ਮਿਲ ਕੇ ਇੱਕ ਸੰਸਥਾ ਖੜੀ ਕੀਤੀ ਸੀ, ਸਹਾਰਾ ਵੈਲਫੇਅਰ ਕਲੱਬ, ਤੇ ਮੈਂ ਉਹਦੇ ਨਾਲ ਜੁੜਿਆ ਹੋਇਆ। ਤੇ ਉਹ ਕਲੱਬ ਇੱਕ ਸ਼ੁਰੂ ਤੋਂ ਕਰਿਆ ਸਹਾਰਾ ਵੈਲਫੇਅਰ ਕਲੱਬ, ਫਿਰ ਸਹਾਰਾ ਸਰਵੱਤ ਸੇਵਾ ਟਰਸਟ ਦੇ ਨਾਂ ਤੇ ਉਹ ਹੁਣ ਰਜਿਸਟਰਡ ਆ। ਤੇ ਉਹਦੇ ਤਹਿਤ ਅਸੀਂ ਲੋਕਾਂ ਨੂੰ ਐਕਸੀਡੈਂਟ ਨੂੰ ਚੱਕਦੇ ਹੁੰਦੇ ਸੀ, ਤੇ ਐਕਸੀਡੈਂਟ ਚੱਕਦੇ ਉਹ ਐਡਾ ਵੱਡਾ ਅਦਾਰਾ ਬਣ ਗਿਆ ਵੀ 5-6 ਐਂਬੂਲੈਂਸਾਂ ਲੈ ਲਈਆਂ, ਆਸ਼ਰਮ ਬਣ ਗਏ, ਹੋਰ ਬਣ ਗਿਆ ਇਮੇਜ। ਹੁਣ ਮੈਂ ਉੱਥੋਂ ਬੈਠਾ ਜਿੰਨੇ ਕੁ ਜੋਗਾ ਸਪੋਰਟ ਕਰਦਾ ਰਹਿਣਾ। ਜਿਵੇਂ ਹੁਣੇ ਲੇਟੈਸਟ ਹੀ ਦੇਖਿਆ ਤਾਂ ਸਾਡੀਆਂ ਸਾਰੀਆਂ ਐਂਬੂਲੈਂਸਾਂ ਪੁਰਾਣੀਆਂ ਹੋ ਚੁੱਕੀਆਂ ਸਨ, ਤੇ ਮੇਰੇ ਜੋ ਮਿੱਤਰਾਂ ਨੇ ਕਿਹਾ ਵੀ ਆਪਾਂ ਹੁਣ ਇੱਕ ਝੁੱਟੀ ਹੋਰ ਮਾਰੀਏ, 10-15 ਸਾਲ ਨਿਕਲ ਜਾਂਦੇ ਆ। ਪਹਿਲਾਂ ਵੀ ਅਸੀਂ ਪਿੰਡਾਂ 'ਚੋਂ ਕਣਕ ਇਕੱਠੀ ਕਰ ਲਿਆ ਕੇ ਐਂਬੂਲੈਂਸਾਂ ਰੱਖੀਆਂ ਉੱਥੇ, ਜਿਹੜੀਆਂ ਫ੍ਰੀ ਆਫ ਕੋਸਟ ਸਭ ਨੂੰ ਹੈਲਪ ਕਰਦੀਆਂ ਹਰ ਟਾਈਮ 24 ਘੰਟੇ। ਤਾਂ ਐਤਕੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਮੈਂ ਆਸਟ੍ਰੇਲੀਆ ਮੈਂ ਚਾਹਾਂ ਤਾਂ ਚਲੋ, ਹੁਣ ਮੇਰਾ ਫੋਲੋਇੰਗ ਸਰਕਲ ਆ, ਮੈਂ ਸਾਰਿਆਂ ਨੂੰ ਵੀ ਅਪੀਲ ਕਰ ਸਕਦਾ ਸੀ ਤੇ ਇੱਕੋ ਦਿਨ 'ਚ ਚਾਹੇ 6 ਲੈ ਲੈਂਦੇ। ਪਰ ਮੈਂ ਸੋਚਿਆ ਨਹੀਂ, ਮੇਰਾ ਏਰੀਆ, ਮੇਰੇ ਏਰੀਏ ਨੂੰ ਫਾਇਦਾ ਇਹਦਾ, 30-40 ਪਿੰਡਾਂ ਨੂੰ। ਮੈਂ ਉਸ ਪਿੰਡਾਂ ਦੀ ਲਿਸਟ ਬਣਾਈ ਆਪਦੇ NRI ਭਰਾਵਾਂ ਦੀ। ਮੈਂ ਉਹਨਾਂ ਨੂੰ ਸਿੰਗਲ 50 ਬੰਦਿਆਂ ਨੂੰ ਇੱਕ ਮੈਸੇਜ ਭੇਜਿਆ ਵੀ ਆਪਣੀ ਐਂਬੂਲੈਂਸ ਨਵੀਂ ਲੈਣ ਵਾਲੀ ਹੋਈ ਪਈ ਆ, ਤੇ ਵੀ ਮੈਂ ਆਪਣੇ ਵੱਲੋਂ ਆਹ ਡੋਨੇਟ ਕਰਦਾ, ਤੁਸੀਂ ਇਹਦੇ 'ਚ ਪਾਓ ਜੀ ਅਗਲੇ ਵੀਕ ਤੱਕ। ਤੁਸੀਂ ਹੈਰਾਨ ਹੋਵੋਗੇ, ਅੱਧੇ ਘੰਟੇ 'ਚ ਲੋਕਾਂ ਨੇ ਮੈਨੂੰ ਐਂਬੂਲੈਂਸ ਨਾਲੋਂ ਵੀ ਲੱਖ ਰੁਪਈਆ ਵੱਧ ਪਾਤਾ ਉਹਦੇ 'ਚ। ਬਹੁਤ ਵਧੀਆ। ਅੱਛਾ, ਮਾਤਾ ਜੀ ਮਿੰਟੂ ਹੀ ਕਹਿੰਦੇ ਨੇ ਕਿ ਗੁਰਸ਼ਮਿੰਦਰ ਕਹਿਣਾ ਸ਼ੁਰੂ ਕੀਤਾ ਉਹਨਾਂ ਨੇ? ਨਹੀਂ, ਇਹ ਤਾਂ ਨਾਮ ਮਾਤਾ ਜੀ ਦਾ ਇਹੀ ਰਹਿਣਾਗਾ, ਸਦਾ ਹੀ ਇਹ ਰਹਿਣਾ। ਤੇ ਬਾਕੀ ਇਹ ਆ ਵੀ ਮੇਰੇ ਨਾਂ ਦਾ ਜਿਹੜਾ ਮੈਨੂੰ ਕਈ ਵਾਰੀ ਇਹਦਾ ਗਿਲਾ ਵੀ ਆਉਂਦਾ ਆਪਣੇ ਆਪ 'ਚ ਵੀ। ਮੈਨੂੰ ਸ਼ੁਰੂ ਤੋਂ ਹੀ ਗੁਰਸ਼ਮਿੰਦਰ ਕੋਈ ਮਾੜਾ ਨਾਂ ਨਹੀਂ, ਬਹੁਤ ਸੋਹਣਾ ਨਾਂ, ਗੁਰਸ਼ਮਿੰਦਰ ਸਿੰਘ ਪੂਰਾ ਨਾਂ ਸੀ। ਨਹੀਂ, ਨਾ ਮਿੰਟੂ ਵੀ ਬਹੁਤ ਵਧੀਆ ਨਾਂ ਹੈ, ਪਰ ਉਹ ਕਈ ਵਾਰੀ ਛੋਟੇ ਨਾਂ ਦੇ ਨਾ ਦਿੱਕਤ ਇਹ ਆਉਂਦੀ ਹੈ ਵੀ ਤੁਹਾਨੂੰ ਕੋਈ ਸਮਝ ਨਹੀਂ ਪਾਉਂਦਾ। ਹੁਣ ਜੇ ਕਿਸੇ ਨੂੰ ਦੱਸਦੇ ਹੋ ਜਿਹੜਾ ਮੈਨੂੰ ਮਿਲਿਆ ਨਹੀਂ, ਤੇ ਅਗਲਾ ਸਮਝਦਾ ਕੋਈ ਜਵਾਕ ਹੋਣਾ, ਤੇ ਗਾਂ ਰੱਬ ਨੇ ਸ਼ਕਲ ਸੂਰਤ ਵੀ ਉਨੀ ਕੁ ਦਿੱਤੀ ਆ ਵੀ ਉਹਦੇ ਤੋਂ ਵੀ ਨਹੀਂ ਮੈਂ ਲੱਗਦਾ ਵੀ ਮੇਰੇ ਵਿਚਾਰ ਕੀ ਹੋਣਗੇ ਜਾਂ ਮੈਂ ਕੀ ਕਰ ਰਿਹਾ ਜਾਂ ਕੀ ਹੋਊਗਾ। ਸੋ ਕਈ ਵਾਰੀ ਵੱਡਾ ਸਾਰਾ ਨਾਂ ਨਾ ਤੁਹਾਨੂੰ ਹੀ ਸਥਾਪਿਤ ਕਰ ਦਿੰਦਾ। ਅਕਬਰ ਬਾਦਸ਼ਾਹ ਹਮੇਸ਼ਾ ਕਹਿੰਦੇ ਸੀ, ਕਹਿੰਦੇ ਸਾਰੀ ਦੁਨੀਆ ਮੈਨੂੰ ਕਹਿੰਦੀ ਹੈ ਬਾਦਸ਼ਾਹ ਸਲਾਮਤ, ਮੇਰੀ ਮਾਤਾ ਮੈਨੂੰ ਕਹਿੰਦੀ ਅੱਕੂ। ਮੈਨੂੰ ਉਦੋਂ ਬੜਾ ਸਵਾਦ ਆਉਂਦਾ, ਮਿੰਟੂ 'ਚ ਬੜਾ ਮਜ਼ਾ ਆਉਂਦਾ। ਆਪਣੇ ਪਿਤਾ ਜੀ ਬਾਰੇ ਦੱਸੋ ਮੈਨੂੰ, ਕਿ ਉਹ ਕੀ ਕਰਦੇ ਨੇ? ਮੇਰੇ ਪਿਤਾ ਜੀ ਇੱਕ ਵੱਡੇ ਬਾਗਵਾਨ ਸਨ ਜੀ। ਅਸੀਂ ਸਭ ਤੋਂ ਪਹਿਲੇ ਬਾਗਵਾਨ ਆ ਸਾਂਝੇ ਪੰਜਾਬ ਦੇ। ਜਦੋਂ ਹਰਿਆਣਾ ਪੰਜਾਬ ਇਕੱਠਾ ਸੀ 1953 'ਚ ਮੇਰੇ ਦਾਦਾ ਜੀ ਨੇ ਅੰਗੂਰ ਪੈਦਾ ਕਰ ਲਈ, ਸਰਦਾਰ ਸਰਜੀਤ ਸਿੰਘ ਨੇ। ਤੇ ਫਿਰ ਮੇਰੇ ਡੈਡੀ ਜੀ ਕਾਫੀ ਅੱਗੇ ਸੀਗੇ ਇਸ ਚੀਜ਼ ਦੇ ਵਿੱਚ, ਤੇ ਉਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਜੀ। ਤੇ ਅੱਜ ਪੋਜੀਸ਼ਨ ਇਹ ਹੈ ਵੀ ਉਹ ਨਹੀਂ ਹਨ ਇਸ ਦੁਨੀਆ ਤੇ, ਉਹ 2010 ਚ ਚਲੇ ਗਏ ਸੀ। ਪਰ ਹਾਂ ਵੀ ਇਹ ਫੋਟੋਗ੍ਰਾਫਸ ਦੱਸੋ ਮੈਨੂੰ। ਹਾਂਜੀ, ਇਹ ਫੋਟੋਗ੍ਰਾਫਸ ਮੇਰੇ ਨਾ ਫੇਸਬੁੱਕ ਦਾ ਹੈਡਰ ਆ,
ਤੇ ਮੈਨੂੰ ਇਸ ਫੋਟੋ ਤੇ ਬਹੁਤ ਸਾਰੀ ਲੋਕਾਂ ਦੇ ਕਮੈਂਟ ਆਉਂਦੇ ਆ ਵੀ ਇਹ ਬੜੀ ਅਜੀਬ ਚੀਜ਼ ਆ ਵੀ ਕਿੱਦਾਂ। ਮੈਂ ਕਹਿਣਾ ਉਹਨਾਂ ਵੀ ਅਸੀਂ ਦਾਅਵੇ ਕਰਦੇ ਹਾਂ ਵੀ ਅਸੀਂ ਵੱਡੇ ਵੱਡੇ ਕੰਮ ਕਰਦੇ ਹਾਂ, ਅਸੀਂ ਆਪਦੇ ਬਜ਼ੁਰਗਾਂ ਦਾ ਨਾਂ ਰੌਸ਼ਨ ਕਰੀਏ, ਤੇ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਸਾਡੇ ਤੀਜੀ ਚੌਥੀ ਪੀੜ੍ਹੀ ਦੇ ਸਾਨੂੰ ਨਾਂ ਨਹੀਂ ਪਤਾ ਹੁੰਦਾ। ਮੈਨੂੰ ਆਪਦੀਆਂ 17 ਜਨਰੇਸ਼ਨਾਂ ਦੇ ਨਾਂ ਪਤਾ ਜੀ। ਇਹ ਕੌਣ ਨੇ? ਇਹ ਮੇਰੇ ਵੱਡੇ ਪੜਦਾਦਾ ਜੀ ਸਰਦਾਰ ਜੈ ਸਿੰਘ ਆ ਜੀ, ਪਹਿਲੀ ਫੋਟੋ। ਫਿਰ ਮੇਰੇ ਦਾਦਾ ਜੀ ਸਰਦਾਰ ਸਰਜੀਤ ਸਿੰਘ ਆ ਜੀ। ਉਦੋਂ ਅਗਲੀ ਫੋਟੋ 'ਚ ਸਰਦਾਰ ਰਘਵੀਰ ਸਿੰਘ ਮੇਰੇ ਫਾਦਰ ਸਾਹਿਬ ਆ ਜੀ। ਫਿਰ ਮੇਰੀ ਫੋਟੋ ਆ ਜੀ, ਤੇ ਉਸ ਤੋਂ ਬਾਅਦ ਮੇਰੇ ਬੇਟੇ ਦੀ ਫੋਟੋ ਆ। ਅਸੀਂ 5 ਜਨਰੇਸ਼ਨਾਂ ਦੀ ਇਹ ਫੋਟੋ ਮੈਂ ਫੇਸਬੁੱਕ ਦੇ ਉੱਤੇ ਹੈਡਰ ਦੇ ਉੱਤੇ ਪਰਮਾਨੈਂਟ ਲਾਈ ਹੋਈ ਆ। ਮੈਂ ਕਦੇ ਨਹੀਂ ਬਦਲਦਾ। ਮੈਨੂੰ ਪਤਾ ਵੀ ਮੈਂ ਇਹਨਾਂ ਕਰਕੇ ਆ, ਇਹ ਮੇਰੀ ਹੋਂਦ ਆ, ਤੇ ਮੈਨੂੰ ਯਾਦ ਰਹਿੰਦਾ ਜਦੋਂ ਮੈਂ ਖੋਲ੍ਹਦਾ ਕੁਝ ਵੀ ਕਰਦਾ। ਤਾਂ ਇਸ ਕਰਕੇ ਮੈਂ ਇਹ ਮੈਨੂੰ ਲੋਕ ਪੁੱਛਦੇ ਵੀ ਆ ਵੀ ਅਸੀਂ ਵੀ ਇਹ ਕਰਨਾ ਚਾਹੁੰਦੇ ਆ। 17 ਪੀੜ੍ਹੀਆਂ ਦਾ ਤੁਹਾਨੂੰ ਨਾਂ ਪਤਾ ਹੈ, ਨਾਂ ਚੇਤਾ ਹੈ ਜੀ। ਉਹ ਬਸ ਸ਼ੌਕ ਹੁੰਦਾ ਤੁਹਾਨੂੰ, ਜੇ ਤੁਸੀਂ ਆਪਦਾ ਪਿਛੋਕੜ ਫਰੋਲਣਾ ਚਾਹੁੰਦੇ ਹੋ ਨਾ ਤਾਂ ਉਹਦੇ ਲਈ ਤੁਹਾਨੂੰ ਸ਼ੌਕ ਚਾਹੀਦਾ। ਤੇ ਮੈਨੂੰ ਮੇਰੇ ਇੱਕ ਤਾਇਆ ਜੀ ਸਰਦਾਰ ਬਲਵੰਤ ਸਿੰਘ ZMU ਰਿਟਾਇਰ ਹੋਏ ਸੀ, ਉਹ ਵੀ ਅੱਜ ਕੱਲ੍ਹ ਇਸ ਦੁਨੀਆ 'ਚ ਨਹੀਂ। ਉਹ ਬੜੇ ਪੜ੍ਹੇ ਲਿਖੇ ਸੀ, ਤੇ ਉਹ ਮੈਨੂੰ ਸੁਣਾਉਂਦੇ ਗੱਲਾਂ, ਮੈਂ ਸੁਣਦਾ, ਫਿਰ ਮੈਂ ਪੜਤਾਲਦਾ ਵੀ ਕਿੱਥੋਂ ਕਿਵੇਂ ਸਾਡੀ ਜਨਰੇਸ਼ਨ 'ਚ ਚੱਲੀ ਤੇ ਕਿੱਥੇ ਆਈ। ਤੇ ਮੈਂ ਉਹਦੇ 'ਤੇ ਬਾਅਦ ਕਾਫੀ ਵੱਡੀ ਰਿਸਰਚ ਕਰ ਰਿਹਾ ਹੁਣ। ਪਿੱਛੇ ਜੇ ਉਹਦੇ ਲਈ ਮੈਨੂੰ ਪਾਕਿਸਤਾਨ ਜਾਣਾ ਪਿਆ, ਭਾਵੇਂ ਸਾਡਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ, ਪਰ ਪਾਕਿਸਤਾਨ ਦੇ ਵੀ ਉੱਥੋਂ ਨਹੀਂ ਅਸੀਂ ਆਏ, ਪਰ ਪਾਕਿਸਤਾਨ ਜਾਣ ਦਾ ਮੇਰਾ ਕਾਰਨ ਸੀ ਉੱਥੇ ਇੱਕ ਤੋਪ ਖੜੀ ਆ, ਭੰਗੀਆਂ ਵਾਲੀ ਤੋਪ। ਕਿਤੇ ਨਾ ਕਿਤੇ ਜਾ ਕੇ ਕਨੈਕਸ਼ਨ ਮਿਲਦੇ ਆ ਮੇਰੇ ਉਸ ਤੋਪ ਨਾਲ। ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ, ਸਿਰਫ ਮਰਦਾਂ ਦਾ ਨਾਮ ਪਤਾ ਹੈ ਕਿ ਔਰਤਾਂ ਦਾ ਨਾਮ ਵੀ ਪਤਾ ਹੈ? ਔਰਤਾਂ ਦਾ ਵੀ ਪਤਾ ਜੀ, ਔਰਤਾਂ ਦਾ ਵੀ ਪਤਾ। ਬਸ ਮਜਬੂਰੀ ਇਹ ਹੈ ਵੀ ਮੇਰੇ ਕੋਲੇ ਫੋਟੋ ਨਹੀਂ ਹੈਗੀ। ਮੇਰੀ ਦਾਦੀ ਜੀ ਦੀ ਇੱਕ ਬਹੁਤ ਮੈਨੂੰ ਰੇਅਰ ਫੋਟੋ ਆਏਗੀ, ਮੈਂ ਉਹਨੂੰ ਉੱਤੇ ਕੰਮ ਕਰਾ ਰਿਹਾ ਹੁਣ, ਵੀ ਮੈਂ ਉਹਨੂੰ ਮਿਲ ਜੇ ਤਾਂ ਮੈਂ ਉਹ ਵੀ ਲਾਉਂਗਾ ਹੁਣ। ਇੱਕ ਸਵਾਲ ਜਾਂਦੇ ਗਵਾਇਆ ਕੀ ਹੈ ਤੁਸੀਂ ਵਿਦੇਸ਼ ਜਾ ਕੇ, ਆਸਟ੍ਰੇਲੀਆ ਜਾ ਕੇ, ਜੋ ਤੁਸੀਂ ਪਛਤਾਉਂਦੇ ਹੋ ਕਿ ਇਹ ਮੈਂ ਗਵਾ ਬੈਠਾ? ਦੇਖੋ, ਗਵਾਉਂਦਾ ਜੇ ਆਪਾਂ ਗੱਲ ਕਰੀਏ ਨਾ ਵੀ ਇਕੱਲਾ ਪਾਇਆ ਹੀ ਜਾਂਦਾ। ਇਹ ਦੁਨੀਆ ਦੇ ਵਿੱਚ ਇੱਕ ਕੁਦਰਤ ਦਾ ਨਿਯਮ ਆ ਵੀ એનર્ਜੀ ਹਮੇਸ਼ਾ એનર્ਜੀ ਦੇ ਅਗੇਂਸਟ ਪੈਦਾ ਹੁੰਦੀ ਆ। ਜੇ ਕੁਝ ਤੁਸੀਂ ਪਾਓਗੇ ਤਾਂ ਪਾਓਗੇ, ਜੇ ਤੁਸੀਂ ਦਿੱਤਾ ਕੁਝ, ਬੀਜੇ ਬਿਨਾਂ ਕੋਈ ਚੀਜ਼ ਨਹੀਂ ਉੱਗੂਗੀ। ਅਸੀਂ ਹਰ NRI ਨੇ, ਮੈਂ ਨਹੀਂ ਇਕੱਲੇ ਨੇ, ਜੋ ਪ੍ਰਵਾਸੀ ਹੁੰਦਾ ਉਹ ਗਵਾਉਂਦਾ, ਜ਼ਰੂਰ ਗਵਾਉਂਦਾ। ਸਭ ਤੋਂ ਵੱਡਾ ਤਾਂ ਗਵਾਉਂਦਾ ਰਿਸ਼ਤਿਆਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਭਾਵੇਂ ਹੁਣ ਕਿਤੇ ਨਾ ਕਿਤੇ 15-20 ਸਾਲਾਂ ਬਾਅਦ ਜਦੋਂ ਇੱਥੇ ਆਉਣ ਲੱਗਿਆ ਤਾਂ ਇੱਥੇ ਵੀ ਲੱਗਦਾ ਘੋੜੇ ਵਾਲਾ ਫਿਰ ਗਿਆ, ਇੱਥੇ ਵੀ ਲੋਕਾਂ ਕੋਲੇ ਸਮਾਂ ਹੈ ਨਹੀਂ। ਰਿਸ਼ਤੇ ਇੱਥੇ ਰਹਿ ਕੇ ਲੋਕ ਗਵਾਈ ਜਾਂਦੇ ਆ, ਅਸੀਂ ਤਾਂ ਦੂਰ ਰਹਿ ਕੇ ਗਵਾ ਰਹੇ ਹਾਂ ਨਾ, ਲੋਕ ਇੱਥੇ ਰਹਿ ਕੇ ਗਵਾਈ ਜਾਂਦੇ ਆ। ਪਰ ਸਭ ਤੋਂ ਵੱਡੀ ਤਾਂ ਹੁੰਦੀ ਹੈ ਰਿਸ਼ਤਿਆਂ ਦੀ ਗਵਾ। ਤੇ ਜਿਹੜੀ ਲੋਕ ਕਹਿ ਦਿੰਦੇ ਨਾ ਵੀ ਤੂੰ ਇੰਨੀ ਜ਼ਮੀਨ ਬਣਾ ਲਈ, ਇੰਨਾ ਉਹ ਬਣਾ ਲਿਆ, ਤੇ ਤੈਨੂੰ ਸੂਤ ਆ ਗਿਆ ਕੜਾ, ਸੂਤ ਨਹੀਂ ਆਇਆ ਹੁੰਦਾ ਕੜਾ। ਉਹ NRI ਨੂੰ ਪੁੱਛ ਕੇ ਦੇਖੋ ਵੀ ਉਹਨੇ ਕਿੰਨੇ ਵਿਆਹ ਛੱਡੇ, ਕਿੰਨੇ ਬਰਥਡੇ ਛੱਡੇ, ਕਿੰਨੇ ਲੋਕਾਂ ਦੀਆਂ ਖੁਸ਼ੀਆਂ 'ਚੋਂ ਸ਼ਾਮਲ ਨਹੀਂ ਹੋ ਸਕਿਆ, ਕਿੰਨੇ ਦੁੱਖਾਂ 'ਚ ਨਹੀਂ ਸ਼ਾਮਲ ਹੋ ਸਕਿਆ। ਬਹੁਤ ਕੁਝ ਗਵਾਉਂਦਾ NRI। ਜੇ ਐਂਡ ਆਫ ਦ ਡੇ, ਮੈਂ ਇੱਥੇ ਗੱਲ ਦਾਅਵੇ ਨਾਲ ਕਹਿ ਦਿੰਦਾ ਵੀ ਐਂਡ ਆਫ ਦ ਡੇ ਜਦੋਂ ਤੁਸੀਂ ਲੇਖਾ ਜੇਖਾ ਕਰੋਗੇ ਨਾ, ਤੁਹਾਡੇ ਗਵਾਇਆਂ ਦਾ ਜਿਹੜੀ ਲਿਸਟ ਆ ਉਹ ਪਾਇਆ ਨਾਲੋਂ ਵੱਡੀ ਹੋਊਗੀ। ਤੁਹਾਡੀ ਇੰਨੀ ਗੱਲ ਦੇ ਵਿੱਚ ਨਾ ਗਾਗਰ ਦੇ ਵਿੱਚ ਸਾਗਰ ਭਰ ਦਿੱਤਾ ਤੁਸੀਂ। ਸਾਨੂੰ ਸਭ ਨੂੰ ਸਮਝ ਆ ਗਿਆ ਕਿ ਤੁਸੀਂ ਪਾਇਆ ਕੀ ਤੇ ਗਵਾਇਆ ਕੀ। ਸਾਡੇ ਵੱਲੋਂ ਸ਼ੁਭ ਇੱਛਾਵਾਂ। ਥੈਂਕ ਯੂ। ਇਹ ਅਦਭੁਤ ਗੱਲਾਂ ਕੀਤੀਆਂ, ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਤੇ DD ਪੰਜਾਬੀ ਵੱਲੋਂ ਹਮੇਸ਼ਾ ਹੀ ਕਹਾਂਗੇ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਇਦਾਂ ਹੀ ਆਪਣੇ ਕੰਮ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀਏ, ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀ। ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮੇਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏ, ਕੀ ਨੇ ਤੇਰਾ ਲਾ ਲਿਆ ਸ਼ਿੰਗਾਰ ਨੀ। ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਢੱਲੇ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਢੱਲੇ ਜਾਈ। ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ। ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰ ਨੀ। ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ